किन्ने जन रेडी आई दे वर्ड दे लिए, कलाम दे लिए जिहड़ा परमेश्वर साडे लिए लैके आया। कलाम दे विच लिखिआ अपना वचन भेज के चंगिया करदा ते उन्हां नूं तबाही तो बचाउंदा है। खुदा जो अपने वर्ड दे द्वारा गल करदा ਉਹ ਤੁਹਾਨੂੰ ਆਉਣ ਵਾਲੀ ਤਬਾਹੀ ਤੋਂ ਬਚਾਉਂਦਾ ਆ। ਹਾਲੇਲੂਇਆ ਹਾਲੇਲੂਇਆ। ਮੇਰੇ ਨਾਲ ਮਿਲ ਕੇ ਕੱਢੀਏ ਕਹਾਵਤਾਂ ਨੀਤੀ ਵਚਨ Proverbi capítulo 26 Proverbs 26 chapter 27 ਉਹਦੀ ਜਿਹੜੀ ਵਰਸ ਆ 27 ਵਰਸ ਤੋਂ ਮੈਨੂੰ ਪੰਜਾਬੀ ਦੇ ਵਿੱਚ ਪੜਾਂਗਾ। ਲਿਖਿਆ ਜਿਹੜਾ ਟੋਆ ਪੱਟਦਾ ਹੈ ਉਹ ਆਪੇ ਉਸ ਵਿੱਚ ਡਿੱਗੇਗਾ ਅਤੇ ਜਿਹੜਾ ਪੱਥਰ ਰੇੜਦਾ ਹੈ ਉਹ ਮੁੜ ਕੇ ਉਸੇ ਉੱਤੇ ਆਣ ਪਵੇਗਾ। ਹਾਲੇਲੂਇਆ ਹਾਲੇਲੂਇਆ। ਅਗਰ ਇਟਾਲੀਅਨ ਦੇ ਵਿੱਚ ਪੜਿਆ ਕੱਢਿਆ ਕਿਸੇ ਨੂੰ ਉੱਚੀ ਤਰ੍ਹਾਂ ਪੜੀਏ ਇਹਨੂੰ ਉੱਚੀ ਆਵਾਜ਼ ਦੇ ਵਿੱਚ ਤਾਂ ਕਿ ਮਾਈਕ ਵੀ ਇਸ ਨੂੰ ਕੈਚ ਕਰ ਸਕਣ ਇਸ ਆਵਾਜ਼ ਨੂੰ ਤੁਹਾਡੀ ਨੂੰ। Proverbi capitolo 26 versetto 27. Chi scava una fossa vi cadrà e la pietra torna addosso a chi la rotola. Amen. ਆਮੀਨ ਹਾਲੇਲੂਇਆ ਹਾਲੇਲੂਇਆ। ਬਾਈਬਲ 'ਚ ਲਿਖਿਆ ਜਿਹੜਾ ਟੋਆ ਪੱਟਦਾ ਜਿਹੜਾ ਗੱਡਾ ਖੋਦਦਾ ਵਾ ਉਹਦੇ ਵਿੱਚ ਉਹ ਖੁਦ ਹੀ ਡਿੱਗੇਗਾ। ਜਿਹੜਾ ਕੋਈ ਕਿਸੇ ਦੇ ਲਈ ਪੱਥਰ ਰੇੜਦਾ ਉਹ ਪੱਥਰ ਮੁੜ ਕੇ ਉਹਦੇ ਉੱਤੇ ਹੀ ਆਣ ਕੇ ਉਹਦੇ ਵੱਲ ਨੂੰ ਰੇੜ ਪਵੇਗਾ, ਉਹਦੇ ਉੱਤੇ ਹੀ ਆ ਕੇ ਡਿੱਗ ਪਵੇਗਾ। ਹਾਲੇਲੂਇਆ 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 ਹਾਲੇਲੂਇਆ। ਅਸੀਂ ਜੋ ਅੱਜ ਖੁਦਾ ਦਾ ਕਲਾਮ ਦੱਸਦਾ ਆ ਕਿ ਅਸੀਂ ਕਿਸੇ ਦੇ ਲਈ ਖੱਡਾ ਗੱਡਾ ਟੋਆ ਨਹੀਂ ਖੁਦਣਾ। ਕਿਉਂਕਿ ਕਲਾਮ ਦੱਸਦਾ ਜਿਹੜਾ ਕਿਸੇ ਦੇ ਲਈ ਟੋਆ ਪੱਟਦਾ ਵਾ ਕਿਸੇ ਦੇ ਲਈ ਮੀਨਸ ਕਿ ਟੋਆ ਗੱਡਾ ਖੁਦਣਾ ਮੀਨਸ ਕਿ ਕਿਸੇ ਦੇ ਲਈ ਕੋਈ ਅੰਗੇਸਟ ਪਲਾਨ ਕਰਨਾ, ਕਿਸੇ ਦੇ ਅੰਗੇਸਟ ਕੋਈ ਸਟ੍ਰੈਟਜੀ ਕਰਨਾ। ਕਲਾਮ ਕਹਿੰਦਾ ਜਿਹੜਾ ਇਦਾਂ ਕਰੇਗਾ ਉਹ ਖੁਦ ਹੀ ਉਹਦੇ ਵਿੱਚ ਫਸੇਗਾ। ਬਾਈਬਲ ਇਸ ਚੀਜ਼ ਨੂੰ ਪ੍ਰੂਫ ਕਰਦੀ ਆ, ਖੁਦਾ ਦਾ ਕਲਾਮ ਇਸ ਚੀਜ਼ ਨੂੰ ਪ੍ਰੂਫ ਕਰਦਾ ਆ। ਥੈਂਕ ਯੂ ਜੀਸਸ। ਬਾਈਬਲ ਦੇ ਜਦੋਂ ਹਮਾਨ ਬੁੱਕ ਆਫ ਐਸਟਰ ਦੇ ਵਿੱਚ ਐਸਟਰ ਦੀ ਕਿਤਾਬ ਦੇ ਵਿੱਚ ਪੜ੍ਹਦੇ ਆ ਨਾ, ਬਾਈਬਲ 'ਚ ਲਿਖਿਆ ਜਿਹੜਾ ਹਮਾਨ ਸੀ ਉਹਨੇ ਮਰਦਕਾਈ ਦੇ ਲਈ ਇੱਕ ਟੋਆ ਪੱਟਿਆ। ਹਮਾਨ ਨੇ ਮਰਦਕਾਈ ਦੇ ਲਈ ਇੱਕ ਸੂਲੀ ਤਿਆਰ ਕਰਵਾਈ ਕਿ ਉਹਨੂੰ ਇੱਕ ਟ੍ਰੈਪ ਇੱਕ ਸਟ੍ਰੈਟਜੀ ਘੜੀ ਇੱਕ ਪਲਾਨ ਉਹਦੇ ਅੰਗੇਸਟ ਘੜਿਆ ਕਿ ਉਹ ਮਰਦਕਾਈ ਨੂੰ ਉਸ ਸੂਲੀ ਦੇ ਉੱਤੇ ਟੰਗਵਾ ਦੇਵੇ ਜਾਂ ਟੰਗ ਦੇਵੇ ਰਾਗੇ ਨੂੰ ਕਹਿ ਕੇ। ਰੀਜ਼ਨ ਕੀ ਸੀ? ਕਿਉਂਕਿ ਜਿਹੜਾ ਬਾਈਬਲ ਦੱਸਦੀ ਹੈ ਕਿ ਜਿਹੜਾ ਮਰਦਕਾਈ ਸੀਗਾ ਉਹ ਯਹੋਵਾ ਪਰਮੇਸ਼ਵਰ ਦੀ ਉਪਾਸਨਾ ਕਰਨ ਵਾਲਾ, ਉਹਦੀ ਵਿਵਸਥਾ ਉੱਤੇ ਚੱਲਣ ਵਾਲਾ ਇਨਸਾਨ ਸੀ, ਪਰਮੇਸ਼ਵਰ ਦੇ ਭੈ ਔਰ ਡਰ ਦੇ ਵਿੱਚ ਰਹਿਣ ਵਾਲਾ ਇਨਸਾਨ ਸੀ। ਤੇ ਜਦੋਂ ਬਾਈਬਲ 'ਚ ਲਿਖਿਆ ਉਹ ਹਮਾਨ ਜਿਹੜਾ ਰਾਜੇ ਦਾ ਸੈਕਟਰੀ ਸੀ ਜਾਂ ਰਾਜੇ ਦੀ ਉੱਚ ਪਦਵੀ ਦਾ ਇਨਸਾਨ ਸੀ, ਜਦੋਂ ਉਹ ਲੰਘਦਾ ਸੀਗਾ ਤਾਂ ਸਾਰੇ ਲੋਕ ਝੁੱਕ ਕੇ ਹਮਾਨ ਨੂੰ ਸਜਦਾ ਕਰਦੇ ਸੀ, ਲੇਕਿਨ ਉਹ ਮਰਦਕਾਈ ਉਹਦੇ ਅੱਗੇ ਝੁਕਦਾ ਨਹੀਂ ਸੀ। ਤੂੰ ਇਕੱਲੇ ਆਪਣੇ ਪਰਮੇਸ਼ਵਰ ਨੂੰ ਸਜਦਾ ਕਰ, ਉਸੇ ਦੀ ਉਪਾਸਨਾ ਕਰ। ਹਾਲੇਲੂਇਆ ਹਾਲੇਲੂਇਆ। ਅੱਜ ਤੁਹਾਨੂੰ ਦੁਨੀਆ ਤੇ ਕੋਈ ਫੇਵਰ ਦੇ ਸਕਦਾ, ਤੁਹਾਡੀ ਕੋਈ ਹੈਲਪ ਕਰ ਸਕਦਾ, ਕੋਈ ਲੀਡਰ ਕੋਈ ਮੰਤਰੀ ਕੋਈ ਵੀ ਇਨਸਾਨ, ਲੇਕਿਨ ਸਜਦੇ ਦੇ ਯੋਗ ਇੱਕੋ ਹੀ ਆ, ਪਰਮੇਸ਼ਵਰ। ਹਾਲੇਲੂਇਆ ਹਾਲੇਲੂਇਆ। ਅੱਜ ਅਗਰ ਕੋਈ ਤੁਹਾਡੀ ਹੈਲਪ ਕਰੇਗਾ ਜਾਣ ਕੇ ਰੱਖੀਏ ਕਿ ਖੁਦਾ ਉਸ ਡਿਵਾਈਨ ਹੈਲਪਰ ਨੂੰ ਤੁਹਾਡੇ ਲਈ ਖੜਾ ਕਰੇਗਾ, ਲੇਕਿਨ ਸਜਦੇ ਦੇ ਲਾਇਕ ਪਰਮੇਸ਼ਵਰ ਹੀ ਆ। ਹਾਲੇਲੂਇਆ ਹਾਲੇਲੂਇਆ। ਮੁਰਦਕੀ ਇਸ ਗੱਲ ਦੇ ਉੱਤੇ ਪੱਕਾ ਸੀ, ਉਸ ਵਚਨ ਦੇ ਅੜਿਆਂ ਤੇ ਖੜਿਆ ਸੀਗਾ ਕਿ ਮੈਂ ਇਸ ਹਮਾਨ ਦੀ ਕੀ ਪੋਜੀਸ਼ਨ ਆ, ਮੈਨੂੰ ਕੋਈ ਇਹਦੀ ਪਰਵਾਹ ਨਹੀਂ ਗੀ। ਮੈਂ ਤਾਂ ਆਨਰ ਕਰ ਸਕਦਾ, ਮੈਂ ਇਹਦੀ ਪੋਜੀਸ਼ਨ ਦੀ ਰਿਸਪੈਕਟ ਕਰ ਸਕਦਾ, ਲੇਕਿਨ ਮੈਂ ਝੁਕ ਆਪਣੇ ਪਰਮੇਸ਼ਵਰ ਦੇ ਅੱਗੇ ਹੀ ਸਕਦਾ ਹਾਂ। ਹਾਲੇਲੂਇਆ ਹਾਲੇਲੂਇਆ। ਉਹ ਅੜਿਆਂ ਤੇ ਖੜਿਆ ਸੀ ਇਸ ਵਰਡ ਦੇ ਉੱਤੇ, ਤੇ ਹਮਾਨ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਹਨੇ ਇੱਕ ਸਟ੍ਰੈਟਜੀ ਘੜੀ, ਇੱਕ ਪਲਾਨ, ਇੱਕ ਗੱਡਾ ਖੋਦਿਆ ਉਹਦੇ ਲਈ, ਮੁਰਦਕਾਈ ਦੇ ਲਈ, ਉਸ ਇਨਸਾਨ ਦੇ ਲਈ ਜਿਹੜਾ ਪਰਮੇਸ਼ਵਰ ਦੀ ਵਿਵਸਥਾ ਨੂੰ ਮੰਨਣ ਵਾਲਾ ਇਨਸਾਨ ਸੀ। ਤੇ ਬਾਈਬਲ 'ਚ ਆਪਾਂ ਜਾਣਦੇ ਆ ਕਿ ਉਹਨੇ ਬਹੁਤ ਵੱਡੇ ਪਲਾਨ ਸਟ੍ਰੈਟਜੀਆਂ ਕੀਤੀਆਂ, ਲੇਕਿਨ ਆਪਾਂ ਜਾਣਦੇ ਆ ਕਿ ਇਜ਼ਰਾਈਲੀਆਂ ਦੇ ਮੁਰਦਕਾਈ ਦੇ ਐਸਟਰ ਦੇ ਅੰਗੇਸਟ ਕਾਨੂੰਨ ਵੀ ਪਾਸ ਹੋ ਗਿਆ ਉਹਨਾਂ ਨੂੰ ਮਾਰਨ ਦੇ ਲਈ, ਉਹਨਾਂ ਨੂੰ ਖਤਮ ਕਰਨ ਦੇ ਲਈ।
ਜਦੋਂ ਤੁਸੀਂ ਵਚਨ ਤੇ ਚੱਲਦੇ ਆ, ਇਹਦਾ ਮਤਲਬ ਇਹ ਨਹੀਂਗਾ ਕਿ ਤੁਹਾਨੂੰ ਕਿਸੇ ਚੀਜ਼ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਮੁਰਦਕਾਈ ਵਚਨ ਤੇ ਅੜਿਆ ਤੇ ਖੜਿਆ ਰਿਹਾ, ਉਹਨੂੰ ਸਟ੍ਰੈਸ ਦੇ ਵਿੱਚ ਜਾਣਾ ਪਿਆ, ਉਹਦੇ ਅੰਗੇਂਸਟ ਕਾਨੂੰਨ ਨਿਕਲ ਗਿਆ, ਉਹਦੇ ਅੰਗੇਂਸਟ ਰਾਜਾ ਵੀ ਖੜ ਗਿਆ, ਹਾਲਾਤ ਵਿੱਚ ਦੀ ਲੰਘਣਾ ਪਿਆ ਆ। ਹਾਲੇਲੂਇਆ, ਹਾਲੇਲੂਇਆ। ਲੇਕਿਨ ਕੋਈ ਵੀ ਸਟ੍ਰੈਟਜੀ, ਕੋਈ ਵੀ ਪਲਾਨ ਉਹਨਾਂ ਦੇ ਅੰਗੇਂਸਟ ਪ੍ਰੋਸਪਰ ਨਹੀਂ ਹੋਇਆ, ਸਕਸੈਸਫੁਲ ਨਹੀਂ ਹੋਇਆ। ਉਹ ਸੂਲੀ ਜਿਹੜੀ ਹਮਾਨ ਨੇ ਸਟ੍ਰੈਟਜੀ ਪਲਾਨ ਦੇ ਨਾਲ ਮੁਰਦਕਾਈ ਦੇ ਲਈ ਤਿਆਰ ਕਰਵਾਈ ਸੀ, ਐਂਡ ਆਫ ਦਾ ਡੇ, ਐਂਡ ਆਫ ਦਾ ਜਿਹੜਾ ਸਾਰੀ ਸਟੋਰੀ, ਉਹੀ ਹਮਾਨ ਉਸੇ ਸੂਲੀ ਦੇ ਉੱਤੇ ਟੰਗਿਆ ਗਿਆ। ਕਿਉਂਕਿ ਜਿਹੜਾ ਗੱਡਾ ਖੋਦਦਾ ਵਾ ਉਹਦੇ ਵਿੱਚ ਉਹ ਡਿੱਗੇਗਾ, ਜਿਹੜਾ ਪੱਥਰ ਰੇੜਦਾ ਵਾ ਉਸ ਉੱਤੇ ਹੀ ਦੁਆਰਾ ਉਹ ਆਵੇਗਾ, ਉਹਦੇ ਉੱਤੇ ਹੀ ਦੁਆਰਾ ਉਹ ਡਿੱਗੇਗਾ। ਹਾਲੇਲੂਇਆ, ਹਾਲੇਲੂਇਆ। ਅਸੀਂ ਤੋਂ ਅੱਜ ਤੁਸੀਂ ਐਜ਼ ਏ ਕ੍ਰਿਸਚਨ, ਐਜ਼ ਏ ਮਸੀਹੀ, ਕਿਸੇ ਦੇ ਲਈ ਵੀ ਉਹਦੇ ਕੋਲ ਬਦਲੇ ਭਾਵਨਾ ਨਾਲ ਉਹਦੇ ਲਈ ਪਲੈਨਿੰਗ ਨਹੀਂ ਕਰਨੀ ਕਿ ਮੈਂ ਕੋ ਆਪਣਾ ਬਦਲਾ ਲਵਾਂਗਾ ਇਦਾਂ ਪਲਾਨ ਕਰਕੇ, ਇਦਾਂ ਸਟ੍ਰੈਟਜੀ ਕਰਕੇ। ਨੋ, ਬਾਈਬਲ ਵਿੱਚ ਲਿਖਿਆ ਆਪਣੇ ਸਾਰੇ ਮਨੋਰਥਾਂ ਨੂੰ ਪਰਮੇਸ਼ਵਰ ਦੇ ਉੱਤੇ ਛੱਡ ਦੇ। ਹਾਲੇਲੂਇਆ, ਹਾਲੇਲੂਇਆ। ਤੁਸੀਂ ਇੱਕੋ ਹੀ ਕੰਮ ਕਰਨਾ, ਪਰਮੇਸ਼ਵਰ ਦੇ ਵਿੱਚ ਅੜੇ ਤੇ ਖੜੇ ਰਹਿਣਾ, ਪਰਮੇਸ਼ਵਰ ਦੀ ਵਿਵਸਥਾ ਦੇ ਵਿੱਚ ਬਣੇ ਰਹਿਣਾ। ਤੁਹਾਡੇ ਅੰਗੇਂਸਟ ਕੋਈ ਕੀ ਕਰਦਾ, ਤੁਹਾਡੇ ਅੰਗੇਂਸਟ ਕੋਈ ਕੀ ਬੋਲਦਾ, ਮੈਂ ਤੁਹਾਨੂੰ ਦੱਸਣੀ ਚਾਹੁੰਦਾ ਇੱਕ ਸੀਕ੍ਰੇਟ। ਸ਼ੈਤਾਨ ਤੁਹਾਡੇ ਮਨ ਨੂੰ ਪ੍ਰੇਰਿਤ ਕਰਦਾ, ਤੁਹਾਨੂੰ ਉਹ ਪ੍ਰੇਰਿਤ ਕਰਦਾ ਇਸ ਚੀਜ਼ ਦੇ ਲਈ ਕਿ ਤੁਸੀਂ ਦੂਸਰੇ ਇਨਸਾਨ, ਦੂਸਰੇ ਭੈਣਾਂ ਭਾਈਆਂ ਦੇ ਖਿਲਾਫ ਸਟ੍ਰੈਟਜੀਜ਼ ਪਲਾਨ ਕਰੋ, ਟੋਆ ਪੱਟੋ। ਉਹ ਤੁਹਾਡੇ ਖਿਲਾਫ ਬੋਲਿਆ ਸੀ, ਉਹਨੇ ਤੁਹਾਡੇ ਅੰਗੇਂਸਟ ਕੁਝ ਕਿਹਾ ਸੀ, ਉਹਨੇ ਤੁਹਾਡੇ ਅੰਗੇਂਸਟ ਕੁਝ ਕੀਤਾ ਸੀ। ਯਾਦ ਰੱਖੋ, ਜਿਹੜਾ ਤੁਸੀਂ ਟੋਆ ਪੱਟੋਗੇ, ਜਿਹੜੀ ਸਟ੍ਰੈਟਜੀ ਤੁਸੀਂ ਬਣਾ ਰਹੇ, ਯਾਦ ਰੱਖੋਗੇ ਜਦੋਂ ਤੁਹਾਡੇ ਮਨ 'ਚ ਸਟ੍ਰੈਟਜੀ ਪਲਾਨ ਕਿਸੇ ਦੇ ਅੰਗੇਂਸਟ ਆਇਆ ਨਾ ਕਰਨਾ, ਇੱਕ ਗੱਲ ਮੈਨੂੰ ਯਾਦ ਰੱਖਣਾ, ਅਸਲ 'ਚ ਤੁਸੀਂ ਸਟ੍ਰੈਟਜੀ ਕਿਸੇ ਦੇ ਅੰਗੇਂਸਟ ਨਹੀਂ ਬਣਾ ਰਹੇ, ਬਲਕਿ ਡਾਈਵਲ ਤੁਹਾਡੇ ਅੰਗੇਂਸਟ ਇੱਕ ਸਟ੍ਰੈਟਜੀ ਬਣਾ ਰਿਹਾ ਹੁੰਦਾ ਆ। ਕਿੰਨੇ ਸਮਝਿਆ? ਜਦੋਂ ਤੁਹਾਡੇ ਮਨ 'ਚ ਆਉਂਦਾ ਕਿ ਮੈਂ ਫਲਾਣੇ ਨੇ ਮੇਰੇ ਨਾਲ ਇਦਾਂ ਕੀਤੀ, ਲੈ ਮੈਂ ਹੁਣ ਮੈਂ ਵੀ ਇੱਕ ਪਲਾਨ ਘੜਦਾ ਆ, ਉਹਨੂੰ ਫਸਾਉਣ ਲਈ। ਹਮਾਨ ਨਹੀਂ ਘੜਿਆ, ਇੱਕ ਸਟ੍ਰੈਟਜੀ ਚੱਲੀ ਕਿ ਇਦਾਂ ਮੈਂ ਕਰਾਂਗਾ ਤਾਂ ਉਹ ਇਦਾਂ ਡਿੱਗੇਗਾ, ਇਦਾਂ ਦੇ ਕੰਮ ਨਹੀਂ ਕਰਨੇ। ਹਾਲੇਲੂਇਆ, ਹਾਲੇਲੂਇਆ। ਆਪਣਾ ਧਿਆਨ ਸਿੱਧਾ ਬਾਈਬਲ ਲਿਖਿਆ ਨੱਕ ਦੀ ਸੇਧ ਦੇ ਵੱਲ ਵੇਖਦਾ ਰਹੇ, ਪਰਮੇਸ਼ਵਰ ਦੇ ਵੱਲ ਤੱਕਦਾ ਰਹੇ। ਜਦੋਂ ਤੁਸੀਂ ਤੁਹਾਡੇ ਮਨ ਚ ਆਉਂਦਾ ਕਿ ਨਹੀਂ ਮੈਂ ਵੀ ਇੱਕ ਸਟ੍ਰੈਟਜੀ, ਇੱਕ ਪਲਾਨ ਘੜਾ, ਜਿੱਦਾਂ ਮੈਨੂੰ ਫਸਾਇਆ ਗਿਆ ਮੈਂ ਵੀ ਫਸਾਵਾਂ, ਯਾਦ ਰੱਖੀਏ ਉਹ ਸਟ੍ਰੈਟਜੀ, ਉਹ ਪਲਾਨ ਤੁਸੀਂ ਕਿਸੇ ਦੇ ਅੰਗੇਂਸਟ ਨਹੀਂ ਘੜ ਰਹੇ, ਬਣਾ ਰਹੇ, ਬਲਕਿ ਸ਼ੈਤਾਨ ਡਾਈਵਲ ਤੁਹਾਡੇ ਅੰਗੇਂਸਟ ਇੱਕ ਸਟ੍ਰੈਟਜੀ ਬਣਾ ਰਿਹਾ। ਕਿਉਂਕਿ ਬਾਈਬਲ 'ਚ ਲਿਖਿਆ ਜਿਹੜਾ ਟੋਆ ਪੱਟੇਗਾ ਉਹਦੇ ਵਿੱਚ ਉਹ ਡਿੱਗੇਗਾ। ਹਾਲੇਲੂਇਆ। ਇਹਦਾ ਮਤਲਬ ਅਗਰ ਤੁਸੀਂ ਵੀ ਪੱਟੋਗੇ, ਤੁਸੀਂ ਵੀ ਉਹਦੇ ਵਿੱਚ ਜ਼ਰੂਰ ਡਿੱਗੋਗੇ, ਕਿਉਂਕਿ ਯਹੋਵਾ ਪਰਮੇਸ਼ਵਰ ਨਿਆਈ ਪਰਮੇਸ਼ਵਰ ਆ, ਉਹ ਪੱਖਪਾਤ ਕਰਨ ਵਾਲਾ ਪਰਮੇਸ਼ਵਰ ਨਹੀਂ ਆ। ਹਾਲੇਲੂਇਆ, ਹਾਲੇਲੂਇਆ। ਜਦੋਂ ਤੁਸੀਂ ਤੁਹਾਡੇ ਅੰਗੇਂਸਟ ਕੁਝ ਹੋ ਰਿਹਾ, ਤੁਹਾਡੇ ਅੰਗੇਂਸਟ ਕੁਝ ਬੋਲਿਆ ਜਾ ਰਿਹਾ, ਤੁਸੀਂ ਸਟਿਲ ਪਰਮੇਸ਼ਵਰ ਵਿੱਚ ਬਣੇ ਰਹਿੰਦੇ ਆ, ਸਟਿਲ ਤੁਹਾਡਾ ਧਿਆਨ ਸਿਰਫ ਔਰ ਸਿਰਫ ਪਰਮੇਸ਼ਵਰ ਦੇ ਵੱਲ ਆ, ਤੇ ਤੁਸੀਂ ਪਰਮੇਸ਼ਵਰ ਦੇ ਕੋਲ ਇੱਕ ਫੇਵਰ ਨੂੰ ਪਾਉਨੇ ਆ, ਪਰਮੇਸ਼ਵਰ ਦੇ ਕੋਲ ਇੱਕ ਅਨੁਗ੍ਰਹਿ ਨੂੰ ਪਾਉਨੇ ਆ, ਜਿਹੜਾ ਮੁਰਦਕਾਈ ਔਰ ਐਸਟਰ ਨੇ ਪਾਇਆ। ਹਾਲੇਲੂਇਆ। ਤੇ ਉਹਨਾਂ ਨੂੰ ਕੋਈ ਸਟ੍ਰੈਟਜੀ, ਕੋਈ ਪਲਾਨ ਨਹੀਂ ਕਰਨਾ ਪਿਆ, ਹਮਾਨ ਦੇ ਖਿਲਾਫ ਕੁਝ ਨਹੀਂ ਕਰਨਾ ਪਿਆ, ਇੱਕ ਫੇਵਰ ਖੁਦਾ ਦੇ ਵੱਲੋਂ ਆਇਆ ਤੇ ਜਿਹੜਾ ਉਹਨਾਂ ਨੂੰ, ਹਾਲੇਲੂਇਆ, ਉਹਨਾਂ ਨੇ ਪ੍ਰੋਸਪਰ ਕਰ ਦਿੱਤਾ ਮੁਰਦਕਾਈ ਨੂੰ ਔਰ ਐਸਟਰ ਨੂੰ। ਜਿਹੜਾ ਉਹਨਾਂ ਦੇ ਖਿਲਾਫ ਸਟ੍ਰੈਟਜੀ ਸੀ ਉਹ ਸਾਰੀ ਫੇਲ ਕਰ ਦਿੱਤੀ, ਬਲਕਿ ਉਹ ਟੋਆ ਜਿਹੜਾ ਐਸ ਮੁਰਦਕਾਈ ਦੇ ਲਈ ਪੱਟਿਆ ਗਿਆ ਸੀ, ਹਮਾਨ ਦੇ ਦੁਆਰਾ ਹਮਾਨ ਖੁਦ ਹੀ ਉਹਦੇ ਵਿੱਚ ਡਿੱਗ ਗਿਆ। ਹਾਲੇਲੂਇਆ। ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਜਦੋਂ ਬਾਈਬਲ 'ਚ ਲਿਖਿਆ ਫਿਰੌਨ ਨੇ ਇਜ਼ਰਾਈਲੀਆਂ ਨੂੰ ਰਿਹਾ ਕਰ ਦਿੱਤਾ, ਮੂਸਾ ਦੇ ਨਾਲ ਤੋੜ ਦਿੱਤਾ, ਜਾਓ ਤੁਸੀਂ ਜਾ ਕੇ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰੋ। ਬਾਈਬਲ 'ਚ ਲਿਖਿਆ ਹੁੰਦਾ ਇੱਕ ਪੁਆਇੰਟ ਆਉਂਦਾ, ਸਮੁੰਦਰ ਆਉਂਦਾ ਜਿੱਥੇ, ਲਾਲ ਸਮੁੰਦਰ। ਇਸ ਤੋਂ ਪਹਿਲਾਂ 10 ਬਵਾ ਆਉਂਦੀਆਂ ਹਨਾ, ਫਿਰੌਨ ਕਦੀ ਕਹਿੰਦਾ ਚੱਲ ਜਾਓ, ਫਿਰ ਉਹਨਾਂ ਨੂੰ ਰੋਕ ਲੈਂਦਾ, ਫਿਰ ਬਵਾ ਨਵੀਂ ਆਉਂਦੀ, 10 ਬਵਾ ਆਉਂਦੀਆਂ, ਪਰਮੇਸ਼ਵਰ ਆਪਣਾ ਹੱਥ ਦਿਖਾਉਂਦਾ ਕਿ ਮੈਂ ਇਜ਼ਰਾਈਲੀਆਂ ਦੇ ਨਾਲ ਆ, ਤੇ ਆਖਿਰਕਾਰ ਫਿਰੌਨ ਨੂੰ ਛੱਡਣਾ ਪੈਂਦਾ, ਉਸ ਗੁਲਾਮੀ ਤੋਂ ਕੱਢਣਾ ਪੈਂਦਾ ਇਜ਼ਰਾਈਲੀਆਂ ਨੂੰ। ਲੇਕਿਨ ਉਸ ਤੋਂ ਬਾਅਦ ਜਦੋਂ ਤੁਰੇ ਜਾਂਦੇ ਜੰਗਲ ਵਿੱਚ, ਉਜਾੜ ਵਿੱਚ, ਕਨਾਨ ਦੀ ਵੱਲ ਨੂੰ ਵੱਧ ਰਹੇ ਆ, ਬਾਈਬਲ 'ਚ ਲਿਖਿਆ ਕਿ ਇੱਕ ਜਗ੍ਹਾ ਆਉਂਦੀ ਕਿ ਲਾਲ ਸਮੁੰਦਰ ਅੱਗੇ ਆ ਜਾਂਦਾ, ਤੇ ਫਿਰੌਨ ਕੀ ਕਰਦਾ ਆ, ਆਪਣੀਆਂ ਫੌਜਾਂ ਨੂੰ ਲੈ ਕੇ ਰੱਥਾਂ ਘੋੜਿਆਂ ਸਣੇ ਫਿਰ ਉਹਨਾਂ ਮੂਸਾ ਦਾ ਇਸਰਾਏਲੀਆਂ ਦਾ ਪਿੱਛਾ ਕਰਦਾ ਆ। ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਬਾਈਬਲ ਲਿਖਿਆ ਜਿਹੜਾ ਟੋਆ ਪੜਦਾ ਉਹਦੇ ਵਿੱਚ ਖੁਦ ਡਿੱਗੇਗਾ, ਜਿਹੜਾ ਕਿਸੇ ਦੇ ਲਈ ਸਟ੍ਰੈਟਜੀ ਮਨ ਦੇ ਵਿੱਚ ਖੋਟ ਰੱਖ ਕੇ ਕਰਦਾ ਉਹ ਉਹਦੇ ਵਿੱਚ ਖੁਦ ਫਸੇਗਾ। ਉਹ ਇਸ ਕਰਕੇ ਆਪਣਾ ਧਿਆਨ ਸਿਰਫ ਔਰ ਸਿਰਫ ਪਰਮੇਸ਼ਵਰ ਦੇ ਵੱਲ ਰੱਖਣਾ। ਅੱਛਾ, ਹੁਣ ਫਿਰੌਨ ਨੇ ਕਿਹਾ ਕਿ ਮੂਸਾ ਤੂੰ ਜਾ,
ਲੋਕਾਂ ਨੂੰ ਲੈ ਜਾ ਆਪਣੇ ਪਰਮੇਸ਼ਵਰ ਦੀ ਉਪਾਸਨਾ ਕਰੋ। ਹੁਣ ਇੱਕ ਪ੍ਰਸਥਿਤੀ ਆ ਕਹਿੰਦੀ, ਇੱਕ ਹਾਲਾਤ ਆ ਕਹਿੰਦਾ ਕਿ ਫਿਰੌਨ ਦੇ ਕੋਲ ਵੀ ਖਬਰ ਪਹੁੰਚਦੀ ਆ ਕਿ ਗਾਹ ਦਾ ਸਮੁੰਦਰ ਆ, ਹੁਣ ਇਜ਼ਰਾਈਲੀ ਉੱਥੇ ਫਸੇ ਹੋਏ ਆ, ਉਹ ਗਾਹ ਜਾ ਨਹੀਂ ਸਕਦੇ। ਬਾਈਬਲ ਕਿਹਾ ਫਿਰੌਨ ਦਾ ਮਨ ਫਿਰ ਕਠੋਰ ਹੁੰਦਾ ਤੇ ਉਹ ਫੌਜਾਂ ਨੂੰ, ਰੱਥਾਂ ਨੂੰ, ਘੋੜਿਆਂ ਨੂੰ ਨਾਲ ਲੈਂਦਾ, ਕਹਿੰਦਾ ਚਲੋ ਇਜ਼ਰਾਈਲੀਆਂ ਨੂੰ ਫਿਰ ਬੰਨ ਕੇ ਬੰਦੂਏ ਬਣਾ ਕੇ ਵਾਪਸ ਲੈ ਕੇ ਆਈਏ। ਜਦੋਂ ਉਹ ਦੇਖਦਾ ਕਿ ਇਜ਼ਰਾਈਲੀ ਅੱਗੇ ਨਹੀਂ ਵੱਧ ਸਕਦੇ, ਉਹਦੇ ਮਨ 'ਚ ਇੱਕ ਫਿਰ ਪਲਾਨ ਆਉਂਦਾ ਕਿ ਹੁਣ ਫਸ ਗਿਆ ਵਾ ਇਹ, ਹੁਣ ਇਹ ਅੱਗੇ ਨਹੀਂ ਜਾ ਸਕਦੇ, ਹੁਣ ਜੇ ਪਿੱਛੇ ਨੂੰ ਆਉਣਗੇ, ਪਿੱਛੇ ਮੈਂ ਫੌਜਾਂ ਸਣੇ ਆ, ਮੈਂ ਘੇਰੀ ਲੈਣੇ ਆ, ਅੱਗੇ ਜਾ ਨਹੀਂ ਸਕਦੇ, ਅੱਗੇ ਤਾਂ ਸਮੁੰਦਰ ਵਾ। ਜਿਹੜਾ ਟੋਆ ਪੱਟਦਾ ਉਹਦੇ ਵਿੱਚ ਖੁਦ ਡਿੱਗੇਗਾ। ਤੇ ਆਪਾਂ ਜਾਣਦੇ ਆ ਕਿ ਮੂਸਾ ਨੇ ਜਦੋਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ, ਪਰਮੇਸ਼ਵਰ ਨੇ ਕਿਹਾ ਮੂਸਾ ਲਾਠੀ ਜਿਹੜੀ ਆ ਸਮੁੰਦਰ ਦੇ ਉੱਤੇ ਵਧਾ ਦੇ ਆਪਣਾ ਹੱਥ ਤੇ ਸਮੁੰਦਰ ਪਾਟ ਜਾਵੇਗਾ। ਹਾਲੇਲੂਇਆ। ਔਰ ਇਦਾਂ ਹੀ ਹੋਇਆ, ਮੂਸਾ ਨੇ ਆਪਣਾ ਹੱਥ ਵਧਾਇਆ ਲਾਠੀ ਦੇ ਸਣੇ ਸਮੁੰਦਰ ਉੱਤੇ, ਸਮੁੰਦਰ ਪਾਟ ਗਿਆ। ਬਾਈਬਲ 'ਚ ਲਿਖਿਆ ਇਜ਼ਰਾਈਲੀ ਉਸ ਖੁਸ਼ਕ ਸੁੱਕੀ ਧਰਤੀ ਥਾਣੀ ਲੰਘ ਗਏ। ਹਾਲੇਲੂਇਆ ਹਾਲੇਲੂਇਆ। ਫਿਰੌਨ ਦਾ ਪਲਾਨ ਸੀਗਾ ਗਾਹ ਤੇ ਜਾ ਹੀ ਨਹੀਂ ਸਕਦੇ, ਗਾਹ ਦਾ ਸਮੁੰਦਰ ਵਾ, ਫਸ ਗਏ। ਹੁਣ ਉਹਨੂੰ ਲੱਗਾ ਕਿ ਮੇਰਾ ਪਲਾਨ, ਹੁਣ ਮੈਂ ਪਿੱਛੇ ਨੂੰ ਆਉਣਗੇ ਤਾਂ ਮੈਂ ਘੇਰ ਲੈਣੇ ਆ, ਗਾਹ ਜਾਣਗੇ ਤਾਂ ਸਮੁੰਦਰ ਵਿੱਚ ਡਿੱਗ ਕੇ ਮਰਨਗੇ। ਹਾਲੇਲੂਇਆ ਹਾਲੇਲੂਇਆ। ਲੇਕਿਨ ਬਾਈਬਲ 'ਚ ਲਿਖਿਆ ਜਦੋਂ ਮੂਸਾ ਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ, ਪਰਮੇਸ਼ਵਰ ਨੇ ਕਿਹਾ ਮੂਸਾ ਤੂੰ ਡਰਨਾ, ਤੂੰ ਹੋਰ ਕੁਛ ਨਾ ਕਰ, ਇੱਕੋ ਹੀ ਚੀਜ਼ ਕਰ, ਆਪਣਾ ਹੱਥ ਲੰਮਾ ਕਰ ਸਮੁੰਦਰ ਦੇ ਉੱਤੇ। ਉਹਨੇ ਆਪਣਾ ਹੱਥ ਲੰਮਾ ਕੀਤਾ ਤੇ ਜਿੱਥੇ ਕੋਈ ਰਸਤਾ ਨਹੀਂ ਸੀ, ਪਰਮੇਸ਼ਵਰ ਨੇ ਉੱਥੇ ਵੀ ਰਸਤਾ ਬਣਾ ਦਿੱਤਾ। ਹਾਲੇਲੂਇਆ ਹਾਲੇਲੂਇਆ। ਹੁਣ ਮੂਸਾ ਦਾ ਧਿਆਨ ਕਿਹੜੀ ਚੀਜ਼ ਵੱਲ ਸੀ? ਇਸ ਚੀਜ਼ ਵੱਲ ਨਹੀਂ ਸੀ ਕਿ ਪਰਮੇਸ਼ਵਰ ਪਿੱਛੇ ਫਿਰੌਨ ਆ ਰਿਹਾ ਵਾ, ਉਹ ਫੌਜਾਂ ਰਸਤੇ 'ਚ ਹੀ ਮਰ ਜਾਣ, ਜਾਂ ਕੁਛ ਮੈਂ ਸਟ੍ਰੈਟਜੀ ਕੋਈ ਪਲਾਨ ਕਰਾਂ ਫਿਰੌਨ ਦੇ ਖਿਲਾਫ। ਉਹਦਾ ਧਿਆਨ ਆਪਣੇ ਪਰਮੇਸ਼ਵਰ ਦੇ ਵੱਲ ਸੀ। ਹਾਲੇਲੂਇਆ ਹਾਲੇਲੂਇਆ। ਤੇ ਜਦੋਂ ਇਜ਼ਰਾਈਲੀ ਲੰਘ ਜਾਂਦੇ ਆ ਤੇ ਤੁਸੀਂ ਜਾਣਦੇ ਆ ਫਿਰੌਨ ਤੇ ਉਹਦੇ ਰੱਥ ਆਪਣੀਆਂ ਫੌਜਾਂ ਸਣੇ ਸਾਰੇ ਸਮੁੰਦਰ ਦੇ ਵਿੱਚ ਖਤਮ ਹੋ ਜਾਂਦੇ। ਹਾਲੇਲੂਇਆ ਹਾਲੇਲੂਇਆ। ਫਿਰੌਨ ਦਾ ਪਲਾਨ ਸੀ ਹੁਣ ਅੱਗੇ ਨਹੀਂ ਜਾ ਸਕਦੇ, ਇਹ ਤਾਂ ਹੁਣ ਫਸ ਗਿਆ, ਔਰੇ ਫਸੇ। ਹੁਣ ਪੰਜਾਬੀ 'ਚ ਕਹਿੰਦੇ ਆ ਹੁਣ ਤਾਂ ਮੇਰੇ ਕੋਲ ਕੋਈ ਵੀ ਨਹੀਂ ਛੁਡਾ ਸਕਦਾ ਇਹਨੂੰ, ਨਾ ਇਹ ਗਾਂ ਜਾ ਸਕਦੇ, ਪਿੱਛੇ ਮੈਂ ਆਪਣੇ ਨਾਲ ਫੌਜਾਂ ਦੇ ਨਾਲ ਆ। ਹਾਲੇਲੂਇਆ। ਲੇਕਿਨ ਜਿਹੜਾ ਪਲਾਨ ਉਹ ਇਜ਼ਰਾਈਲੀਆਂ ਦੇ ਮੂਸਾ ਦੇ ਅੰਗੇਸਟ ਘੜ ਕੇ ਚੱਲਿਆ ਸੀਗਾ, ਉਹ ਪ੍ਰੋਸਪਰ ਨਹੀਂ ਹੋਇਆ। ਔਰ ਮੂਸਾ ਦਾ ਵੀ ਧਿਆਨ ਇਸ ਚੀਜ਼ ਵੱਲ ਨਹੀਂ ਸੀਗਾ ਕਿ ਮੈਂ ਵੀ ਇੱਕ ਹੁਣ ਨਵੀਂ ਸਟ੍ਰੈਟਜੀ, ਇੱਕ ਪਲਾਨ ਘੜਾਂ, ਮੈਂ ਕਿੱਦਾਂ ਆਪਣੀ ਸਮਝ ਦੇ ਨਾਲ ਬਚ ਸਕਦਾ ਫਿਰੌਨ ਦੇ ਕੋਲੋਂ। ਉਹਨੇ ਪਰਮੇਸ਼ਵਰ ਅੱਗੇ ਪ੍ਰਾਰਥਨਾ ਕੀਤੀ। ਪਰਮੇਸ਼ਵਰ ਕਹਿੰਦਾ ਮੂਸਾ ਕੋਈ ਪ੍ਰੋਬਲਮ ਨਹੀਂ, ਤੂੰ ਮੇਰਾ ਆਪਣਾ ਹੱਥ ਹੀ ਲੰਮਾ ਕਰ ਤੇ ਸਮੁੰਦਰ ਤੈਨੂੰ ਰਸਤਾ ਦੇ ਦੇਵੇਗਾ। ਹਾਲੇਲੂਇਆ ਹਾਲੇਲੂਇਆ। ਜੋ ਤੁਹਾਡੇ ਅੰਗੇਸਟ ਡਾਈਵਲ ਸ਼ੈਤਾਨ ਜਾਂ ਉਹਦੇ ਲੋਕ ਸਟ੍ਰੈਟਜੀਜ਼ ਕਰ ਰਹੇ ਵਾ, ਉਹਦੇ ਉਲਟ ਤੁਹਾਨੂੰ ਸਟ੍ਰੈਟਜੀਜ਼ ਟੋਏ ਪੱਟਣ ਦੀ ਲੋੜ ਨਹੀਂ, ਬਲਕਿ ਆਪਣਾ ਧਿਆਨ ਪਰਮੇਸ਼ਵਰ ਦੇ ਵੱਲ ਲਾਉਣ ਦੀ ਲੋੜ ਆ। ਹਾਲੇਲੂਇਆ ਹਾਲੇਲੂਇਆ। ਤੇ ਜਿਹੜਾ ਟੋਆ ਫਿਰੌਨ ਇਜ਼ਰਾਈਲੀਆਂ ਦੇ ਲਈ ਪੱਟ ਕੇ ਨਿਕਲਿਆ ਸੀਗਾ ਸਮੁੰਦਰ ਵਾਲਾ, ਕਿ ਗਾਹ ਤਾਂ ਜਾ ਹੀ ਨਹੀਂ ਸਕਦੇ, ਕਿੱਦਾਂ ਜਾ ਕੇ ਗਾਹ ਦਾ ਸਮੁੰਦਰ ਆ, ਤੇ ਉਸੇ ਸਮੁੰਦਰ ਨੇ ਇਸਰਾਏਲ ਨੂੰ ਸੁੱਕੀ ਧਰਤੀ ਦੇ ਦਿੱਤੀ। ਤੇ ਫਿਰੌਨ ਜਿਹੜਾ ਇਹ ਸੋਚਦਾ ਸੀ ਅੱਗੇ ਨਹੀਂ ਬਚ ਸਕਦੇ, ਉਸੇ ਸਮੁੰਦਰ ਨੇ ਫਿਰੌਨ ਨੂੰ ਉਹਦੀਆਂ ਫੌਜਾਂ ਸਣੇ, ਉਹਦੇ ਰੱਥਾਂ ਸਣੇ ਡੋਬ ਦਿੱਤਾ, ਮਾਰ ਦਿੱਤਾ। ਹਾਲੇਲੂਇਆ ਹਾਲੇਲੂਇਆ। ਜਿਹੜਾ ਟੋਆ ਪੱਟੇਗਾ ਉਹਦੇ ਵਿੱਚ ਉਹ ਖੁਦ ਡਿੱਗੇਗਾ। ਅੱਜ ਆਪਣੇ ਸ਼ੁੱਧ ਮਨ ਦੇ ਨਾਲ ਚੱਲਣਾ ਆ। ਮੂਸਾ ਦਾ ਧਿਆਨ ਫਿਰੌਨ ਵੱਲ ਨਹੀਂ ਸੀਗਾ, ਫਿਰੌਨ ਦੇ ਅਗੇਂਸਟ ਪਲਾਨ ਚੱਲਣ ਦਾ, ਸਟ੍ਰੈਟਜੀਜ਼ ਨਾ, ਉਹਦਾ ਧਿਆਨ ਆਪਣੇ ਪਰਮੇਸ਼ਵਰ ਦੇ ਵੱਲ ਸੀ। ਅੱਜ ਤੁਹਾਡੇ ਖਿਲਾਫ ਕੌਣ ਕੀ ਕਹਿ ਰਿਹਾ, ਕੀ ਬੋਲ ਰਿਹਾ, ਕੋਈ ਪਰਵਾਹ ਨਹੀਂ ਗੀ। ਆਪਾਂ ਹੁਣੇ ਸਟਾਰਟਿੰਗ 'ਚ ਜ਼ਬੂਰ ਲਗਾਇਆ ਸੀ, ਤੇ ਮੈਂ ਪ੍ਰੇਅਰ ਤੋਂ ਪਹਿਲਾਂ, ਮੀਟਿੰਗ ਤੋਂ ਪਹਿਲਾਂ ਇਹੀ ਜ਼ਬੂਰ ਰੀਡ ਕਰ ਰਿਹਾ ਸੀ ਪ੍ਰੇਅਰ ਦੇ ਵਿੱਚ। ਜ਼ਬੂਰ ਨੰਬਰ 1, ਧੰਨ ਆ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਚੱਲਦਾ, ਨਾ ਮਖੌਲੀਆਂ ਦੀ ਜੁੰਡਲੀ ਵਿੱਚ ਬਹਿੰਦਾ ਵਾ, ਉਹ ਦਿਨੇ ਰਾਤ ਯਹੋਵਾ ਦੀ ਵਿਵਸਥਾ ਉੱਤੇ ਧਿਆਨ ਕਰਦਾ ਹੈ। ਹਾਲੇਲੂਇਆ। ਤੁਸੀਂ ਪਰਮੇਸ਼ਵਰ ਦੇ ਵਿੱਚ ਮਗਨ ਰਹਿਣਾ ਆ। ਯਾਦ ਰੱਖੋ, ਜਦੋਂ ਤੁਸੀਂ ਆਪਣਾ ਬਦਲਾ ਨਹੀਂ ਲੈਣੇ, ਆਪਣੀ ਲੜਾਈ ਆਪ ਲੜਨ ਦੀ ਕੋਸ਼ਿਸ਼ ਨਹੀਂ ਕਰਦੇ, ਕਿਸੇ ਦੇ ਅਗੇਂਸਟ ਨਹੀਂ ਬੋਲਦੇ, ਤੁਹਾਡੇ ਖਿਲਾਫ ਜੋ ਮਰਜ਼ੀ ਕੋਈ ਕਹੀ ਜਾਵੇ, ਤੁਸੀਂ ਖੁਦਾ ਦੇ ਕੋਲੋਂ ਅਨੁਗ੍ਰਹਿ, ਇੱਕ ਫੇਵਰ ਪਾਉਨੇ ਆ। ਹਾਲੇਲੂਇਆ। ਉਹ ਫੇਵਰ ਜਿਹੜਾ ਸਮੁੰਦਰਾਂ ਨੂੰ ਵੀ ਪਾੜ ਦਿੰਦਾ ਆ, ਉਹ ਫੇਵਰ ਜਿੱਥੇ ਨਹੀਂ ਰਸਤਾ ਉੱਥੇ ਰਸਤੇ ਉਹ ਬਣਾ ਦਿੰਦਾ ਆ। ਹਾਲੇਲੂਇਆ 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 ਹਾਲੇਲੂਇਆ। ਹਮਾਨ ਨੇ ਜਿਹੜੀ ਸੂਲੀ ਮੁਰਦਕਈ ਦੇ ਲਈ ਤਿਆਰ ਕੀਤੀ, ਉੱਤੇ ਖੁਦ ਉਹ ਟੰਗਿਆ ਗਿਆ। ਜਦੋਂ ਮਰਕੁਸ ਦੀ ਇੰਜੀਲ 12 ਅਧਿਆਇ ਪੜ੍ਹਦੇ ਨਾ ਚੈਪਟਰ, ਉੱਥੇ ਜਜੀਆ ਕਿਆਮਤ ਬਾਰੇ ਲਿਖਿਆ, ਯਿਸੂ ਮਸੀਹ ਸਮਝਾ ਰਿਹਾ ਆਪਣੇ ਚੇਲਿਆਂ ਨੂੰ, ਕਿ ਲਿਖਿਆ ਉੱਥੇ ਕੁਝ ਲੋਕ ਆਉਂਦੇ ਆ ਯਿਸੂ ਮਸੀਹ ਨੂੰ ਕਹਿੰਦੇ ਕਿ ਸਾਨੂੰ ਜਿਹੜਾ ਕੈਸਰ ਨੂੰ ਜਿਹੜਾ ਜਜੀਆ ਜਾਂ ਟੈਕਸ ਦੇਣਾ ਯੋਗ ਆ ਜਾਂ ਨਹੀਂ।
ਅੱਛਾ ਹੁਣ ਉਹ ਇਹ ਜਾਣਨਾ ਨਹੀਂ ਸੀ ਚਾਹੁੰਦੇ ਵੀ ਅਸੀਂ ਜਿਹੜਾ ਕੈਸਰ ਨੂੰ ਟੈਕਸ ਦਈਏ ਜਾਂ ਨਾ ਦਈਏ, ਉਹ ਬਲਕਿ ਯਿਸੂ ਮਸੀਹ ਨੂੰ ਫਸਾਉਣਾ ਚਾਹੁੰਦੇ ਸੀ, ਇੱਕ ਗੱਡਾ ਖੋਦਣਾ ਚਾਹੁੰਦੇ ਸੀ ਯਿਸੂ ਮਸੀਹ ਦੇ ਲਈ। ਹਾਲੇਲੂਇਆ। ਯਿਸੂ ਮਸੀਹ ਨੇ ਕਿਹਾ ਕਿ ਇੱਕ ਸਿੱਕਾ ਮੇਰੇ ਕੋਲ ਲਿਆਓ, ਉਹਨੇ ਲਿਆਈ, ਲਿਖਿਆ ਕਿ ਇੱਥੇ ਕਿਹਦੀ ਲਿਖਤਾਂ ਤੇ ਕਿਹਦੀ ਮੋਹਰ ਆ, ਉਹ ਕਹਿੰਦੇ ਇੱਥੇ ਕੈਸਰ ਦੀ ਲਿਖਤਾਂ ਤੇ ਕੈਸਰ ਦੀ ਮੋਹਰ ਆ। ਤੇ ਯਿਸੂ ਮਸੀਹ ਕਿਹਾ ਜਿਹੜੀਆਂ ਚੀਜ਼ਾਂ ਕੈਸਰ ਦੀਆਂ ਉਹ ਕੈਸਰ ਨੂੰ ਦਿਓ, ਜਿਹੜੀਆਂ ਪਰਮੇਸ਼ਵਰ ਦੀਆਂ ਉਹ ਪਰਮੇਸ਼ਵਰ ਨੂੰ ਦਿਓ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਉਹ ਲਿਖਿਆ ਉਹ ਹੈਰਾਨ ਤੇ ਪਰੇਸ਼ਾਨ ਹੋ ਕੇ ਉਸ ਜਗ੍ਹਾ ਤੋਂ ਚਲੇ ਗਏ। ਅਗਲੀ ਵਰਸ ਫਿਰ ਲਿਖਿਆ ਕਿ ਸਦੂਕੀ ਜਿਹੜੇ ਇਹ ਗੱਲ ਤੇ ਬਿਲੀਵ ਨਹੀਂ ਕਰਦੇ ਸੀਗੇ ਕਿ ਕਿਆਮਤ ਹੋਣੀ ਨਹੀਂਗੀ, ਕੋਈ ਮੁਰਦਿਆਂ ਨੇ ਨਹੀਂ ਜੀ ਉੱਠਣਾ। ਉਹਨਾਂ ਨੇ ਵੀ ਇੱਕ ਐਗਜ਼ਾਮਪਲ ਦਿੱਤੀ ਹੋਈ ਜਿਹੜੀ ਤੁਸੀਂ ਸਾਰੇ ਜਾਣਦੇ ਪੜ੍ਹੀ ਹੋਣੀ ਹੈ ਕਿ ਇੱਕ ਤੀਵੀਂ ਦਾ ਜਿਹੜਾ ਹਸਬੈਂਡ ਮਰ ਗਿਆ, ਉਸ ਤੋਂ ਬਾਅਦ ਉਹਦੇ ਭਰਾ ਨੂੰ ਵਿਆਹ ਦਿੱਤੀ ਗਈ, ਉਹ ਵੀ ਮਰ ਗਿਆ। ਸੱਤ ਗਿਣਿਆਂ ਦੀ ਉਹ ਬੀਵੀ ਰਹੀ। ਕਹਿੰਦੇ ਸਦੂਕੀ ਯਿਸੂ ਮਸੀਹ ਨੂੰ ਫਸਾਉਣਾ ਚਾਹੁੰਦੇ ਸੀਗੇ ਕਿ ਕਹਿੰਦੇ ਪ੍ਰਭੂ ਕਿਆਮਤ ਵਾਲੇ ਦਿਨ ਫਿਰ ਇਹ ਕਿਹਦੀ ਬੀਵੀ ਜਾਂ ਕਿਹਦੀ ਪਤਨੀ ਹੋਊਗੀ ਇਹ। ਤੇ ਯਿਸੂ ਮਸੀਹ ਨੇ ਕਿਹਾ ਕਿ ਤੁਸੀਂ ਕਾਹਤੋਂ ਭੁੱਲ ਵਿੱਚ ਪਏ ਹੋਏ ਆ। ਸਵਰਗ ਦੇ ਵਿੱਚ ਜਿਹੜੇ ਹਸਬੈਂਡ ਵਾਈਫ ਨਹੀਂ ਹੁੰਦੇ, ਉੱਥੇ ਵਿਆਹੇ ਨਹੀਂ ਜਾਂਦੇ। ਹਾਲੇਲੂਇਆ। ਉੱਥੇ ਸਾਰੇ ਦੂਤਾਂ ਦੇ ਤੁੱਲ ਹੁੰਦੇ ਆ। ਹਾਲੇਲੂਇਆ ਹਾਲੇਲੂਇਆ। ਸਦੂਕੀ ਇਹ ਨਹੀਂ ਸੀ ਜਾਣਨਾ ਚਾਹੁੰਦੇ ਵਾਕਈ ਕਿ ਉਹ ਕਿਹਦੀ ਬੀਵੀ ਹੋਗੀ, ਬਲਕਿ ਉਹ ਇੱਕ ਗੱਡਾ ਖੋਦ ਰਿਹਾ ਸੀ ਯਿਸੂ ਮਸੀਹ ਨੂੰ ਫਸਾਉਣ ਦੇ ਲਈ। ਹਾਲੇਲੂਇਆ। ਉਹ ਚਾਹੁੰਦੇ ਸੀਗੇ ਕੁਝ ਐਸਾ ਪਲਾਨ, ਇੱਕ ਸਟ੍ਰੈਟਜੀ ਦੇ ਨਾਲ ਆਏ ਸੀਗੇ ਕਿ ਯਿਸੂ ਮਸੀਹ ਨੂੰ ਫਸਾ ਲਈਏ। ਬਹੁਤ ਵਾਰੀ ਤੁਹਾਡੇ ਨਾਲ ਲੋਕ ਆਰਗੂਮੈਂਟ ਕਰਦੇ ਆ, ਤੁਹਾਡੇ ਨਾਲ ਲੋਕ ਬਹਿਸ ਕਰਦੇ ਆ, ਉਹ ਬਾਈਬਲ ਉਹਨਾਂ ਦੇ ਦੁਆਰਾ ਉਹ ਕੁਝ ਜਾਣਨਾ ਨਹੀਂ ਚਾਹੁੰਦੇ ਹੁੰਦੇ, ਆਪਣੀ ਨੌਲੇਜ ਨਹੀਂ ਰੱਖਣੀ ਚਾਹੁੰਦੇ ਹੁੰਦੇ। ਬਾਈਬਲ ਉਹਨਾਂ ਦੇ ਦੁਆਰਾ ਤੁਹਾਨੂੰ ਕਨਫਿਊਜ਼ ਤੇ ਤੁਹਾਨੂੰ ਡਾਊਟ ਦੇ ਵਿੱਚ ਪਾਉਣਾ ਚਾਹੁੰਦਾ ਹੁੰਦਾ, ਉਹ ਤੁਹਾਨੂੰ ਡਿਸਟਰਬ ਕਰਨਾ ਚਾਹੁੰਦਾ ਹੁੰਦਾ ਆ। ਹਾਲੇਲੂਇਆ। ਲੇਕਿਨ ਜੋ ਤੁਹਾਡਾ ਫੋਕਸ ਪਰਮੇਸ਼ਵਰ ਦੇ ਵੱਲ ਹੁੰਦਾ, ਉਹਦੀ ਵਿਵਸਥਾ ਦੇ ਵੱਲ ਹੁੰਦਾ, ਕੋਈ ਬਾਈਬਲ ਤੁਹਾਨੂੰ ਹਰਾ ਨਹੀਂ ਪਾਉਂਦਾ। ਹਾਲੇਲੂਇਆ। ਕਿਉਂਕਿ ਤੁਸੀਂ ਜਿਹੜਾ ਵਾ ਆਪਣੀ ਲੜਾਈ ਆਪ ਨਹੀਂ ਲੜਨ। ਮੈਂ ਤੁਹਾਨੂੰ ਇੱਕ ਗੱਲ ਦੱਸੀ ਨਾ ਕਿ ਜਿਹੜਾ ਪਹਿਲਾਂ ਕਿਹਾ ਸੀਗਾ, ਅਗਰ ਤੁਸੀਂ ਗੁੱਸੇ ਵਿੱਚ ਜਾਂ ਇਮੋਸ਼ਨਲ ਹੋ ਕੇ ਕਿਸੇ ਦੇ ਖਿਲਾਫ ਜਿਹੜਾ ਤੁਹਾਡੇ ਖਿਲਾਫ ਕੁਝ ਕਰ ਰਿਹਾ, ਤੁਸੀਂ ਉਹਦੇ ਖਿਲਾਫ ਸਟ੍ਰੈਟਜੀਜ਼ ਕੱਢਦੇ ਆ, ਪਲਾਨ ਕੱਢਦੇ, ਕੱਢੇ ਖੋਦੇ ਆ, ਇੱਕ ਗੱਲ ਨੂੰ ਯਾਦ ਰੱਖੋ ਕਿ ਇਨਸਾਨ ਨੂੰ ਪਰਮੇਸ਼ਵਰ ਨੇ ਆਪਣੀ ਸ਼ਕਲ ਤੇ ਸੂਰਤ ਦੇ ਉੱਤੇ ਬਣਾਇਆ ਆ। ਹਾਲੇਲੂਇਆ। ਯਾਦ ਰੱਖੀਏ ਉਹ ਪਰਮੇਸ਼ਵਰ ਅਗਰ ਤੁਹਾਨੂੰ ਪਿਆਰ ਕਰਦਾ ਤੇ ਉਹ ਉਹਨੂੰ ਵੀ ਉਨਾ ਹੀ ਪਿਆਰ ਕਰਦਾ ਆ। ਹਾਲੇਲੂਇਆ ਹਾਲੇਲੂਇਆ। ਮੈਂ ਇੱਕ ਰਾਤੀ ਗੱਲ ਵੰਡ ਰਿਹਾ ਸੀ, ਜਦੋਂ ਤੁਸੀਂ ਰਾਤੀ ਘਰੇ ਪ੍ਰੇਅਰ ਦੇ ਵਿੱਚ ਸੀ, ਮੈਂ ਤੁਹਾਡੇ ਸਾਰਿਆਂ ਨੂੰ ਸ਼ੇਅਰ ਕਰਨਾ ਚਾਹੁੰਦਾ। ਅੱਜ ਸਾਨੂੰ ਇਸਰਾਈਲ ਦੇ ਲਈ ਪ੍ਰਾਰਥਨਾ ਕਰਨ ਦੀ ਲੋੜ ਆ, ਯਰੂਸ਼ਲਮ ਦੇ ਲਈ। ਜ਼ਬੂਰ 122 ਚ ਲਿਖਿਆ ਯਰੂਸ਼ਲਮ ਦੀ ਸਲਾਮਤੀ ਮੰਗੋ। ਉਹਦੇ ਪਿਆਰ ਕਰਨ ਵਾਲੇ ਲਿਖਿਆ ਉਹਦੇ ਪ੍ਰੇਮੀ ਨਿਹਾਲ ਹੋਣਗੇ, ਕੁਸ਼ਲ ਦੇ ਨਾਲ ਰਹਿਣਗੇ। ਲੇਕਿਨ ਮੈਂ ਤੁਹਾਡੇ ਨਾਲ ਰੈਵਲੇਸ਼ਨ ਸ਼ੇਅਰ ਕਰਨਾ ਚਾਹੁੰਦਾ, ਅੱਜ ਸਾਨੂੰ ਇਸਰਾਈਲ ਦੀ ਯਰੂਸ਼ਲਮ ਦੀ ਸਲਾਮਤੀ ਮੰਗਣ ਦੀ ਲੋੜ ਆ। ਲੇਕਿਨ ਮੈਂ ਤੁਹਾਨੂੰ ਸੀਕ੍ਰੇਟ ਰਾਤੀ ਵੀ ਸ਼ੇਅਰ ਕਰ ਰਿਹਾ ਸੀਗਾ, ਲੇਕਿਨ ਸਾਨੂੰ ਇਹ ਪ੍ਰਾਰਥਨਾ ਕਰਨ ਦੀ ਨਹੀਂ ਲੋੜ ਕਿ ਪਰਮੇਸ਼ਵਰ ਇਸਰਾਇਲ ਜਿਹੜਾ ਫਿਲਿਸਤੀਨ ਨੂੰ ਤਬਾਹ ਕਰ ਦੇ ਜਾਂ ਫਿਲਿਸਤੀਨ ਨੂੰ ਖਤਮ ਕਰ ਦੇ। ਕਿਉਂਕਿ ਬਾਈਬਲ 'ਚ ਲਿਖਿਆ, ਨਿਊ ਟੈਸਟਮੈਂਟ ਵਿੱਚ ਜਿਹੜੀ ਨਵੀਂ ਬਾਚ ਆਇਆ ਇਹ ਆ ਕਿ ਪਰਮੇਸ਼ਵਰ ਨੇ ਆਪਣਾ ਇੱਕ ਲੌਤਾ ਪੁੱਤਰ ਇਸ ਲਈ ਦਿੱਤਾ ਤਾਂ ਕਿ ਉਸ ਪੂਰੇ ਸੰਸਾਰ ਨੂੰ ਬਚਾ ਲਵੇ। ਹਾਲੇਲੂਇਆ। ਤੇ ਉਸੇ ਜਗਤ, ਉਸੇ ਵਰਲਡ, ਉਸੇ ਸੰਸਾਰ ਦੇ ਵਿੱਚ ਫਿਲਿਸਤੀ ਵੀ ਆਉਂਦੇ ਆ। ਹਾਲੇਲੂਇਆ। ਜਿਹੜਾ ਪਰਮੇਸ਼ਵਰ ਦਾ ਮਾਸਟਰ ਪਲਾਨ ਆ ਉਹ ਫਿਲਿਸਤੀਆਂ ਨੂੰ ਵੀ ਬਚਾਉਂਦਾ ਆ, ਉਹ ਹਰ ਇੱਕ ਨੂੰ ਬਚਾਉਂਦਾ ਆ। ਹਾਲੇਲੂਇਆ। ਸੋ ਅਸੀਂ ਪ੍ਰਾਰਥਨਾ ਕਰਨੀ ਕਿਉਂਕਿ ਯਰੂਸ਼ਲਮ ਦੇ ਲਈ, ਇਜ਼ਰਾਈਲ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਕਿਹਾ ਗਿਆ ਵਾ। ਹਾਲੇਲੂਇਆ। ਲੇਕਿਨ ਸਾਡੀ ਪ੍ਰਾਰਥਨਾ ਇਹ ਵੀ ਆ, ਪਰਮੇਸ਼ਵਰ ਉਹਨਾਂ ਲੋਕਾਂ ਦੇ ਵੀ ਹਿਰਦਿਆਂ ਨੂੰ ਚੇਂਜ ਕਰ, ਉਹ ਵੀ ਬਚਾਏ ਜਾਣ, ਉਹ ਵੀ ਸੱਚ ਨੂੰ ਜਾਣਨ, ਕਿਉਂਕਿ ਯਿਸੂ ਮਸੀਹ ਨੇ ਉਹਨਾਂ ਦੇ ਲਈ ਵੀ ਆਪਣੀ ਜਾਨ ਦਿੱਤੀ ਆ। ਹਾਲੇਲੂਇਆ ਹਾਲੇਲੂਇਆ। ਤੁਸੀਂ ਕਿਸੇ ਦਾ ਅਗੇਂਸਟ ਪਲਾਨ ਕਰਦੇ ਆ, ਕਿਸੇ ਦੇ ਖਿਲਾਫ ਬੋਲਦੇ ਆ, ਜਾਨ ਰੱਖੋ ਕਿ ਪਰਮੇਸ਼ਵਰ ਨੇ ਉਹਨੂੰ ਵੀ ਆਪਣੀ ਹੀ ਸ਼ਕਲ ਦੇ ਉੱਤੇ, ਆਪਣੀ ਹੀ ਸੂਰਤ ਦੇ ਉੱਤੇ ਬਣਾਇਆ ਆ। ਹਾਲੇਲੂਇਆ ਹਾਲੇਲੂਇਆ। ਇੱਕ ਬਾਪ ਦੇ 2 3 4 ਬੱਚੇ ਆ ਤਾਂ ਉਹ ਕਿਹਨੂੰ ਕਹੂਗਾ ਕਿ ਤੂੰ ਉਹਦੇ ਅਗੇਂਸਟ ਬੋਲੀ ਜਾ, ਉਹਦੇ ਲਈ ਸਾਰੇ ਇੱਕੋ ਜਿਹੇ ਹੋਣਗੇ। ਹਾਲੇਲੂਇਆ। ਨੋ ਡਾਊਟ ਜੇ ਅਸੀਂ ਬਲੀਵਰ ਵਿਸ਼ਵਾਸੀ ਆ, ਅਸੀਂ ਪਰਮੇਸ਼ਵਰ ਦੇ ਧੀਆਂ ਦੇ ਪੁੱਤਰ ਬਣ ਚੁੱਕੇ ਆ, ਵਾਰਿਸ ਹੋ ਚੁੱਕੇ ਉਹਦੀਆਂ ਸਵਰਗ ਰਾਜ ਦੇ ਉੱਚ ਜਿਹੜੇ ਉਹਨੇ ਤਿਆਰ ਕੀਤੀਆਂ। ਲੇਕਿਨ ਯਿਸੂ ਮਸੀਹ ਦੀ ਕੁਰਬਾਨੀ ਦੇ ਦੁਆਰਾ ਜਿੰਨਾ ਚਿਰ ਯਿਸੂ ਮਸੀਹ ਨਹੀਂ ਆਉਂਦੇ, ਜਿਹੜੇ ਲੋਕ ਚਾਹੇ ਪਾਪ ਚਾਹੇ ਉਹ ਖੂਨੀ ਜਾਂ ਕੁਛ ਵੀ ਆ, ਉਹਨਾਂ ਦੇ ਕੋਲ ਇੱਕ ਓਪਰਚੁਨਿਟੀ ਹੈ ਵਾ। ਅਗਰ ਉਹ ਅੱਜ ਵੀ ਮਸੀਹ ਨੂੰ ਕਬੂਲ ਕਰ ਲੈਣ ਤੇ ਉਹਨਾਂ ਦੇ ਉਹ ਮੁਕਤੀ ਦੇ ਵਾਰਿਸ ਹੋ ਸਕਦੇ ਆ। ਹਾਲੇਲੂਇਆ। ਉਹ ਬਚਾਏ ਜਾ ਸਕਦੇ ਆ। ਸੋ ਇਸ ਕਰਕੇ ਸਾਨੂੰ ਕੋਈ ਪਲੈਨਿੰਗ, ਕੋਈ ਸਟ੍ਰੈਟਜੀ
ਚਾਹੇ ਕੋਈ ਕੌਮ ਆ, ਚਾਹੇ ਕੋਈ ਲੋਕ ਆ, ਕਿਸੇ ਦੇ ਖਿਲਾਫ ਕਰਨ ਦੀ ਲੋੜ ਨਹੀਂ। ਸਾਨੂੰ ਉਹਨਾਂ ਦੇ ਅਗੇਂਸਟ ਵੀ ਗੁੱਸੇ ਦੇ ਨਾਲ, ਕ੍ਰੋਧ ਦੇ ਨਾਲ ਭਰਨ ਦੀ ਲੋੜ ਨਹੀਂ ਆ। ਹੋ ਸਕਦਾ ਜਿਨ੍ਹਾਂ ਦੇ ਖਿਲਾਫ ਆਪਾਂ ਬੋਲੀਏ ਉਹ ਕੱਲ ਨੂੰ ਤੌਬਾ ਕਰਕੇ ਬਚ ਜਾਣ। ਹਾਲੇਲੂਇਆ। ਲੇਕਿਨ ਜਿਹੜਾ ਪਾਪ ਆਪਾਂ ਕਰਦਾ ਮੁੜ ਕੇ ਆਪਾਂ ਨੂੰ ਫਿਰ ਉਹਦੀ ਮਾਫੀ ਮੰਗਣੀ ਪੈਣੀ ਆ। ਥੈਂਕ ਯੂ ਜੀਸਸ। ਹਾਲੇਲੂਇਆ। ਜਿਹੜਾ ਟੋਆ ਪੱਟਦਾ ਉਹਦੇ ਵਿੱਚ ਖੁਦ ਡਿੱਗੇਗਾ। ਸੋ ਆਪਾਂ ਇਜ਼ਰਾਈਲ ਦੀ, ਯਰੂਸ਼ਲਮ ਦੀ ਸਲਾਮਤੀ ਮੰਗਣੀ, ਲੇਕਿਨ ਇਹਦਾ ਮਤਲਬ ਫਿਲਿਸਤੀ ਸਾਡੇ ਅੱਜ ਐਨੀਮੀਜ਼ ਨਹੀਂ ਹੈ। ਫਿਲਿਸਤੀਨ ਨੂੰ ਅਸੀਂ ਬਰਬਾਦ ਹੋਇਆ ਦੇਖਣਾ ਨਹੀਂ ਚਾਹੁੰਦੇ। ਆਪਾਂ ਪੂਰੀ ਧਰਤੀ ਤੇ ਪੂਰੀ ਸ਼ਾਂਤੀ ਚਾਹੁੰਦੇ ਹਾਂ। ਹਾਂ, ਬਾਈਬਲ ਦੀਆਂ ਜਿਹੜੀਆਂ ਨਬੂਵਤਾਂ ਵਾ, ਖੁਦਾ ਦਾ ਜਿਹੜਾ ਵਚਨ ਵਾ, ਕੌਮ ਦੀ ਕਢਾਈ ਕਰਨੀ, ਉਹ ਪੂਰਾ ਹੋਵੇਗਾ। ਲੇਕਿਨ ਉਹਦੇ ਨਿਆਈ ਪਰਮੇਸ਼ਰ ਨੇ ਤੁਹਾਨੂੰ ਨਹੀਂ ਬਣਾਇਆ। ਹਾਲੇਲੂਇਆ। ਉਹ ਪਰਮੇਸ਼ਰ ਆਪਣੀਆਂ ਲਿਖਤਾਂ ਨੂੰ ਪੂਰਾ ਕਰੇਗਾ। ਪਰਮੇਸ਼ਰ ਨੇ, ਉਹ ਪਰਮੇਸ਼ਰ ਦੀ ਗੱਲ। ਲੇਕਿਨ ਜਿਹੜੀ ਗੱਲ ਪਰਮੇਸ਼ਰ ਨੇ ਆਪਾਂ ਨੂੰ ਦਿੱਤੀ ਆ ਕਿ ਆਪਾਂ ਪਰਮੇਸ਼ਰ ਦੇ ਲਵ ਨੂੰ ਸ਼ੇਅਰ ਕਰੀਏ ਸਾਰਿਆਂ ਦੇ ਨਾਲ, ਪਰਮੇਸ਼ਰ ਦੇ ਪ੍ਰੇਮ ਨੂੰ ਸ਼ੇਅਰ ਕਰੀਏ ਪੂਰੀ ਦੁਨੀਆ ਦੇ ਨਾਲ। ਹਾਲੇਲੂਇਆ। ਸੋ ਯਾਦ ਰੱਖੀਏ, ਜਦੋਂ ਤੁਸੀਂ ਆਪਣੀਆਂ ਪਲੈਨਿੰਗਸ ਕਰਦੇ ਆ ਕਿ ਨਹੀਂ ਮੈਂ ਆਪਣਾ ਬਦਲਾ ਇਦਾਂ ਲਵਾਂਗਾ, ਮੇਰੇ ਖਿਲਾਫ ਉਹਨੇ ਕੀਤਾ, ਮੈਂ ਹੁਣ ਇੱਕ ਪਲਾਨ ਕਢਾਂਗਾ, ਮੈਂ ਉਹ ਫਸੇਗਾ, ਫਿਰ ਦੇਖਾਂਗੇ। ਫਿਰ ਉਹਨੂੰ ਕਹਿੰਦਾ ਹੁਣ ਦੇਖਦਾ ਕਿੱਧਰ ਨੂੰ ਜਾਂਦੇ ਆ। ਜਿਹੜਾ ਪਲਾਨ ਉਹ ਇਜ਼ਰਾਈਲੀਆਂ ਦੇ ਲਈ ਉਹਦੇ ਮਨ 'ਚ ਸੀਗਾ, ਉਸੇ ਪਲਾਨ ਦੇ ਵਿੱਚ ਉਹ ਖੁਦ ਮਰਿਆ। ਔਰ ਤੁਹਾਨੂੰ ਪਤਾ ਕਿ ਇੱਕ ਡਾਕੂਮੈਂਟਰੀ ਸ਼ਾਇਦ ਤੁਸੀਂ ਸਾਰਿਆਂ ਨੇ ਦੇਖੀ ਹੋਵੇ, 1-2 ਸਾਲ ਪਹਿਲਾਂ ਸਾਇੰਟਿਸਟ ਨੇ ਡਿਕਲੇਅਰ ਕੀਤਾ ਸੀਗਾ ਕਿ ਫਿਰੌਨ ਦਾ ਜਿਹੜਾ ਧੜ ਮਿਲਿਆ ਵਾ ਉਸ ਰੈੱਡ ਸੀ ਦੇ ਵਿੱਚੋਂ, ਲਾਸ਼ ਉਹਦੀ ਮਿਲੀ ਆ, ਜਿਹਨੂੰ ਮੱਛੀਆਂ ਨੇ ਵੀ ਖਾਧਾ ਨਹੀਂ। ਪਰਮੇਸ਼ਵਰ ਨੇ ਉਹਨੂੰ ਕਿਹਾ ਸੀਗਾ ਕਿ ਮੈਂ ਤੇਰੀ ਜਿਹੜੀ ਆ ਬੋਡੀ ਆ ਇਹ ਖਰਾਬ ਨਹੀਂ ਹੋਵੇਗੀ, ਇੱਕ ਮੈਂ ਨਿਸ਼ਾਨ ਛੱਡਾਂਗਾ ਦੁਨੀਆ ਦੇ ਆਖਿਰ ਤੱਕ ਕਿ ਕੋਈ ਹੈ ਸੀ ਜਿਹਨੇ ਆਪਣੇ ਆਪ ਨੂੰ ਪਰਮੇਸ਼ਵਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਉਹਦਾ ਹਸ਼ਰ ਕੀ ਹੋਇਆ ਸੀ? ਇੱਕ ਝਟਕੇ ਵਿੱਚ ਪਰਮੇਸ਼ਵਰ ਨੇ ਉਹਨੂੰ ਖਤਮ ਕਰ ਦਿੱਤਾ। ਹਾਲੇਲੂਇਆ। ਸੋ ਇਸ ਕਰਕੇ ਅੱਜ ਤੁਸੀਂ ਮਸਤ ਰਹਿਣਾ। ਮੈਂ ਜ਼ਬੂਰ ਕੱਢਾਂਗਾ, ਪਹਿਲਾ ਜ਼ਬੂਰ, 1 ਨੰਬਰ ਜ਼ਬੂਰ। ਤੁਸੀਂ ਮੈਂ ਕਿਹਾ ਅੱਜ ਦੇ ਵਰਡ ਦਾ ਜਿਹੜਾ ਬਰਕਤ ਹੈ ਇਸ ਵਰਸ ਤੋਂ ਲੈ ਕੇ ਜਾਉਂਗੇ। ਲਿਖਿਆ, ਧਨ ਹੈ ਉਹ ਮਨੁੱਖ ਇੱਕ ਦੀ ਇੱਕ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਵਿੱਚ ਖੜਾ ਰਹਿੰਦਾ ਅਤੇ ਨਾ ਮਖੌਲੀਆਂ ਦੀ ਜੁੰਡੀ ਵਿੱਚ ਬਹਿੰਦਾ ਹੈ, ਪਰ ਉਹ ਯਹੋਵਾ ਦੀ ਵਿਵਸਥਾ ਵਿੱਚ ਮਗਨ। ਹਾਲੇਲੂਇਆ। ਤੁਸੀਂ ਕੀ ਕਰਨਾ? ਤੁਸੀਂ ਕਿਸੇ ਦੇ ਅਗੇਂਸਟ ਕੁਝ ਨਹੀਂ ਬੋਲਣਾ, ਤੁਸੀਂ ਮਗਨ ਰਹਿਣਾ, ਲੀਨ ਰਹਿਣਾ, ਆਨੰਦਿਤ ਰਹਿਣਾ ਯਹੋਵਾ ਦੀ ਵਿਵਸਥਾ ਦੇ ਵਿੱਚ। ਆਪਣਾ ਫੋਕਸ ਆਪਣਾ ਕੰਮ ਕਰੋ, ਆਪਣਾ ਇੰਜੋਏ ਕਰੋ, ਆਪਣੇ ਪਰਮੇਸ਼ਵਰ ਦੀ ਆਰਾਧਨਾ ਕਰੋ। ਤੁਹਾਡੀ ਲਾਈਫ ਇਹੀ ਆ। ਹਾਲੇਲੂਇਆ। ਜਦੋਂ ਤੁਸੀਂ ਪਲੈਨਿੰਗਸ, ਤੁਸੀਂ ਆਪਣੇ ਬਦਲੇ, ਤੁਸੀਂ ਕਹਿੰਦੇ ਕਿ ਮੈਂ ਵੀ ਇਦਾਂ ਕਰ ਦੇਵਾਂਗਾ, ਮੈਂ ਵੀ ਨਵਾਂ ਕੋਈ ਚਾਲ ਚੱਲ ਦੇਵਾਂਗਾ, ਯਾਦ ਰੱਖੋ ਉਹ ਚਾਲ ਤੁਸੀਂ ਉਹਦੇ ਖਿਲਾਫ ਨਹੀਂ ਚੱਲ ਰਿਹਾ, ਸ਼ੈਤਾਨ ਤੁਹਾਡੇ ਖਿਲਾਫ ਇੱਕ ਚਾਲ ਚੱਲ ਰਿਹਾ ਹੁੰਦਾ। ਤੁਸੀਂ ਉਹਨੂੰ ਨਹੀਂ ਫਸਾਉਣਾ, ਸ਼ੈਤਾਨ ਨੇ ਤੁਹਾਨੂੰ ਫਸਾ ਲੈਣਾ ਆ। ਹਾਲੇਲੂਇਆ। ਜਦੋਂ ਮੁਰਦਕਈ ਬਸ ਉਹਨੇ ਫਾਸਟਿੰਗ ਦਾ ਉਹਨਾਂ ਡਿਕਲੇਅਰ ਕਰਤਾ, ਆਪਾਂ ਫਾਸਟਿੰਗ ਕਰਾਂਗੇ, ਪ੍ਰੇਅਰ ਕਰਾਂਗੇ, ਇੱਕ ਫੇਵਰ ਆਇਆ, ਇੱਕ ਖੁਦਾ ਦਾ ਅਨੁਗ੍ਰਹਿ ਆਇਆ, ਸਾਰੀ ਸਟੋਰੀ ਚੇਂਜ ਹੋ ਗਈ। ਹਾਲੇਲੂਇਆ। ਉਹਨਾਂ ਦੇ ਖਿਲਾਫ ਟੋਏ ਪੱਟੇ ਗਏ, ਉਹ ਖਿਲਾਫ ਪੱਟਣ ਵਾਲੇ ਖੁਦ ਹੀ ਡਿੱਗਣ ਗਏ ਉਹਨਾਂ ਟੋਇਆਂ ਵਿੱਚ। ਜਿਹੜੀ ਸੂਲੀ ਉਹਨਾਂ ਦੇ ਲਈ ਤਿਆਰ ਕੀਤੀ ਗਈ, ਹਮਾਨ ਉੱਤੇ ਖੁਦ ਹੀ ਟੰਗਿਆ ਗਿਆ। ਤੇ ਜਦੋਂ ਆਪਾਂ ਸੇਮ ਦਾਊਦ ਨੇ ਜ਼ਬੂਰ ਲਿਖਿਆ, ਜ਼ਬੂਰ ਨੰਬਰ 1 ਤੇ ਸੇਮ ਜਦੋਂ ਕਹੌਤਾ ਉਹਦਾ ਚੈਪਟਰ 4 ਦੀ, ਮੈਨੂੰ ਵਰਸ ਨੰਬਰ ਨਹੀਂ ਯਾਦ ਕਿਹੜੀ ਆ, 4 ਚੈਪਟਰ ਦੇ ਵਿੱਚ ਆ ਪ੍ਰੋਵਰਬਸ ਦੇ ਵਿੱਚ, ਉੱਥੇ ਸੇਮ ਗੱਲ ਜਿਹੜਾ ਵਾ ਸੁਲੇਮਾਨ ਵੀ ਕਹਿ ਰਿਹਾ ਆ। ਮੈਂ ਕੱਢ ਕੇ 4 ਅਧਿਆਇ, 4 ਦੀ 14 ਲਿਖਿਆ, ਦੁਸ਼ਟਾਂ ਦੇ ਰਾਹ ਵਿੱਚ ਨਾ ਚੱਲ ਅਤੇ ਨਾ ਬੁਰਿਆਂ ਦੇ ਮਾਰਗ ਉੱਤੇ ਨਾ ਤੁਰ। ਹਾਲੇਲੂਇਆ। ਖੁਦਾ ਨੇ ਸੁਲੇਮਾਨ ਨੂੰ ਬੁੱਧੀ ਦਿੱਤੀ, ਵਿਜ਼ਡਮ ਦਿੱਤਾ। ਉਹਦੇ ਫਾਦਰ ਨੇ ਵੀ ਪਰਮੇਸ਼ਵਰ ਦੇ ਕੋਲੋਂ ਇੱਕ ਇਹੀ ਰੈਵਲੇਸ਼ਨ ਪਾਇਆ ਕਿ ਦੁਸ਼ਟਾਂ ਦੀ ਮੱਤ ਉੱਤੇ ਨਾ ਚੱਲ। ਸੇਮ ਗੱਲ ਸੁਲੇਮਾਨ ਦੇਖ ਰਿਹਾ ਆ, ਦੁਸ਼ਟਾਂ ਦੀ ਮੱਤ ਉੱਤੇ ਨਾ ਚੱਲ। ਅਸੀਂ ਜ਼ਿੰਦਗੀ ਨੂੰ ਜੀਏ ਸ਼ੁੱਧ ਮਨ ਦੇ ਨਾਲ, ਸ਼ੁੱਧ ਵਿਵੇਕ ਦੇ ਨਾਲ, ਸਿਧਾਈ ਦੇ ਨਾਲ। ਹਾਲੇਲੂਇਆ। ਜੋ ਤੁਸੀਂ ਇਦਾਂ ਚੱਲੋਗੇ ਨਾ, ਸਭ ਤੋਂ ਪਹਿਲੀ ਗੱਲ ਤੇ ਤੁਸੀਂ ਖੁਦ ਸੈਟੀਸਫਾਈਡ ਔਰ ਆਨੰਦਿਤ ਰਹੋਗੇ। ਤੁਹਾਨੂੰ ਕੋਈ ਪਰਵਾਹ ਨਹੀਂ ਕੋਈ ਕੀ ਕਰ ਰਿਹਾ। ਹਾਲੇਲੂਇਆ। ਤੁਸੀਂ ਬਸ ਆਪਣਾ ਕੰਮ ਕਰ ਰਹੇ, ਆਪਣਾ ਸਭ ਕੁਝ ਕਰ ਰਹੇ, ਪਰਮੇਸ਼ਵਰ ਦੀ ਆਰਾਧਨਾ ਕਰ ਰਹੇ ਆ। ਤੁਸੀਂ ਦੇਖਦੇ ਤੁਹਾਡੀ ਲਾਈਫ 'ਚ ਇੱਕ ਸੈਟੀਸਫੈਕਸ਼ਨ, ਇੱਕ ਆਨੰਦ, ਇੱਕ ਖੁਸ਼ੀ ਹਮੇਸ਼ਾ ਬਣੀ ਰਹੇਗੀ। ਹਾਲੇਲੂਇਆ। ਜਦੋਂ ਤੁਸੀਂ ਫਸ ਜਾਂਦੇ ਆ
ਤੁਹਾਨੂੰ ਸ਼ੈਤਾਨ ਫਸਾਉਂਦਾ ਵਾ, ਨਹੀਂ ਤੂੰ ਵੀ ਇਦਾਂ ਕਰ, ਤੂੰ ਵੀ ਉਦਾਂ ਕਰ। ਤੁਸੀਂ ਐਵਰੀ ਵਕਤ ਕਨਫਿਊਜ਼ ਫਿਰ ਰਹਿੰਦੇ ਆ, ਪਰੇਸ਼ਾਨ ਰਹਿੰਦੇ ਆ। ਤੁਹਾਨੂੰ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਮੱਤ ਤੇ ਨਹੀਂ ਚੱਲਦਾ, ਉਹ ਤੇ ਯਹੋਵਾ ਦੀ ਵਿਵਸਥਾ ਦੇ ਵਿੱਚ ਮਗਨ ਰਹਿੰਦਾ ਹੈ। ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿਣਾ ਐਵਰੀ ਡੇ। ਨਾ ਮਖੌਲੀਆਂ ਦੀ ਜੁੰਡੀ ਵਿੱਚ ਬਹਿੰਦਾ, ਪਰ ਉਹ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਅਤੇ ਦਿਨ ਰਾਤ ਉਸ ਉੱਤੇ ਧਿਆਨ ਕਰਦਾ। ਤੁਹਾਡਾ ਧਿਆਨ ਦਿਨੇ ਵੀ ਤੇ ਰਾਤ ਨੂੰ ਵੀ ਪਰਮੇਸ਼ਵਰ ਦੇ ਵਚਨਾਂ ਦੇ ਉੱਤੇ ਹੋਵੇ। ਹਾਲੇਲੂਇਆ, ਹਾਲੇਲੂਇਆ। ਤੁਹਾਡੇ ਕੰਨ ਚ ਪੈਂਦੀ, ਤੁਹਾਡੇ ਇੰਗਲਿਸ਼ ਤੇ ਨਹੀਂ ਬੋਲਿਆ, ਨੋ ਪ੍ਰੋਬਲਮ, ਤੁਹਾਨੂੰ ਕੋਈ ਪਰਵਾਹ ਨਹੀਂ। ਹਾਲੇਲੂਇਆ। ਤੁਹਾਡੇ ਕੰਨ ਚ ਗੱਲ ਪੈਂਦੀ ਕਿ ਉਹ ਬਸ ਤੇਰਾ ਇਦਾਂ ਹੋਣ ਵਾਲਾ, ਤੇਰਾ ਨੁਕਸਾਨ ਹੋਣ ਵਾਲਾ। ਡਾਕਟਰ ਦੀ ਆਵਾਜ਼ ਪੈਂਦੀ, ਬਸ ਤੇਰੇ ਥੋੜੇ ਦਿਨ ਰਹਿ ਗਏ ਆ। ਤੁਹਾਨੂੰ ਉਹ ਜਿਹੜਾ ਯਹੋਵਾ ਦੀ ਵਿਵਸਥਾ ਦੇ ਵਿੱਚ ਮਗਨ ਰਹਿੰਦਾ ਹੈ, ਉਹਦੇ ਵਚਨਾਂ ਦੇ ਵਿੱਚ ਬਣਿਆ ਰਹਿੰਦਾ, ਕਿਉਂਕਿ ਉਹਨੂੰ ਪਤਾ ਉਹਦੇ ਕੋੜੇ ਖਾਣ ਦੇ ਨਾਲ ਮੈਂ ਚੰਗਾ ਹੋ ਚੁੱਕਾ ਆ, ਬਿਮਾਰੀ ਮੇਰਾ ਹਿੱਸਾ ਨਹੀਂ ਆ। ਹਾਲੇਲੂਇਆ, ਹਾਲੇਲੂਇਆ। ਦਿਨ ਰਾਤ ਉਹਦੀ ਵਿਵਸਥਾ ਉੱਤੇ ਧਿਆਨ ਕਰਦਾ। ਲਿਖਿਆ, ਉਹ ਤਾਂ ਉਸ ਬਿਰਛ ਵਰਗਾ ਹੋਵੇਗਾ ਜੋ ਪਾਣੀਆਂ ਦੀਆਂ ਨਦੀਆਂ ਉੱਤੇ ਲਾਇਆ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਆ। ਹਾਲੇਲੂਇਆ। ਜਿਹਦੇ ਪੱਤੇ ਨਹੀਂ ਕੁਮਲਾਉਂਦੇ। ਹਾਲੇਲੂਇਆ। ਜੇ ਤੁਸੀਂ ਉਹਦੀ ਵਿਵਸਥਾ ਵਿੱਚ, ਉਹਦੇ ਵਚਨ ਤੇ ਅੜੇ ਖੜੇ ਰਹੋਗੇ, ਉਹਦੇ ਵਚਨ ਦੇ ਵਿੱਚ ਬਣੇ ਰਹੋਗੇ, ਕੀ ਹੋ ਰਿਹਾ ਮੇਰੇ ਖਿਲਾਫ ਕੋਈ ਪ੍ਰੋਬਲਮ ਨਹੀਂ, ਮੈਂ ਪਰਮੇਸ਼ਵਰ ਦੇ ਵਚਨ ਨੂੰ ਪੂਰਾ ਕਰਾਂਗਾ। ਕੀ ਹੋ ਰਿਹਾ ਮੈਨੂੰ ਕੋਈ ਪ੍ਰੋਬਲਮ ਨਹੀਂ, ਪਰਮੇਸ਼ਵਰ ਦਾ ਆਨੰਦ ਮੇਰੀ ਲਾਈਫ ਦੇ ਵਿੱਚ ਬਣਿਆ ਹੋਇਆ ਆ। ਤੇ ਬਾਈਬਲ 'ਚ ਲਿਖਿਆ, ਫਿਰ ਜਿਹੜਾ ਇਦਾਂ ਦਾ ਇਨਸਾਨ ਹੁੰਦਾ ਵਾ, ਉਹ ਉਸ ਬਿਰਛ ਵਰਗਾ, ਉਸ ਬੂਟੇ ਵਰਗਾ ਵਾ ਜਿਹੜਾ ਪਾਣੀ ਦੀਆਂ ਨਦੀਆਂ ਉੱਤੇ ਲਗਾਇਆ ਹੋਇਆ ਵਾ, ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਵਾ। ਤੇ ਲਿਖਿਆ, ਜਿਹਦੇ ਪੱਤੇ ਨਹੀਂ ਕੁਮਲਾਉਂਦੇ ਅਤੇ ਜੋ ਕੁਝ ਉਹ ਕਰੇ ਸੋ ਸਫਲ ਹੁੰਦਾ ਆ। ਆਮੀਨ। ਅੱਜ ਤੋਂ ਬਾਅਦ ਤੁਸੀਂ ਜੋ ਕਰੋ ਯਿਸੂ ਦੇ ਨਾਮ 'ਚ ਪ੍ਰੋਸਪਰ ਹੋਵੇ, ਉਹ ਸਕਸੈਸਫੁਲ ਹੋਵੇ। ਹਾਂ, ਤੁਹਾਡੀ ਹਿੱਸਾ ਨਹੀਂ ਆ। ਹਰ ਫੇਲਿਅਰ ਦੇ ਆਪਾਂ ਨੂੰ ਮੈਂ ਕਮਾਂਡ ਕਰਦਾ, ਤੁਹਾਨੂੰ ਛੱਡ ਕੇ ਜਾਵੇ ਯਿਸੂ ਦੇ ਨਾਮ 'ਚ। ਲੇਕਿਨ ਅਜ਼ੀਜ਼ੋ, ਇੱਕ ਗੱਲ ਯਾਦ ਰੱਖਣਾ ਵਾ, ਤੁਹਾਨੂੰ ਉਹ ਆ ਜਿਹੜਾ ਦੁਸ਼ਟਾਂ ਦੀ ਮੱਤ ਤੇ ਨਹੀਂ ਚੱਲਦਾ, ਗੱਡੇ ਨਹੀਂ ਖੋਦਦਾ, ਦਿਨ ਰਾਤ ਯਹੋਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ। ਔਰ ਜਿਹੜਾ ਇਸ ਵਿਵੇਕ ਦੇ ਨਾਲ, ਇਸ ਕੌਨਸ਼ੀਅਸ ਦੇ ਨਾਲ, ਇਸ ਮਨ ਦੇ ਨਾਲ ਇਨਸਾਨ ਪਰਮੇਸ਼ਵਰ ਦੇ ਨਾਲ ਚੱਲਦਾ ਵਾ, ਉਹਦੇ ਪੱਤੇ ਫਿਰ ਕਦੇ ਵੀ ਕੁਮਲਾਉਂਦੇ ਨਹੀਂ, ਉਹ ਰੁੱਤ ਸਿਰ ਆਪਣਾ ਫਲ ਦਿੰਦਾ, ਤੇ ਜੋ ਕੁਝ ਵੀ ਉਹ ਕਰਦਾ ਉਹ ਸਫਲ ਹੁੰਦਾ ਆ। ਹਾਲੇਲੂਇਆ, ਹਾਲੇਲੂਇਆ। ਮਰਦ ਕਈ ਨੂੰ ਕੁਝ ਸਮਾਂ ਸਟ੍ਰੈਸ ਦਾ ਆਇਆ, ਕੁਝ ਸਮਾਂ ਫੇਸ ਕਰਨ ਦਾ ਆਇਆ ਪ੍ਰੋਬਲਮ, ਜ਼ਹਿਨੀ ਪ੍ਰੋਬਲਮ, ਜ਼ਹਿਨੀ ਇੱਕ ਟੈਨਸ਼ਨ ਕਹ ਲੋ। ਹਾਲੇਲੂਇਆ। ਲੇਕਿਨ ਜਦੋਂ ਐਂਡ ਆਇਆ, ਫਿਰ ਉਹ ਜਿਹੜਾ ਪਰਮੇਸ਼ਵਰ ਦਾ ਵਰਡ ਉਹਦੀ ਲਾਈਫ ਦੇ ਵਿੱਚ ਪੂਰਾ ਹੋਇਆ, ਪਰਮੇਸ਼ਵਰ ਨੇ ਉਹਨੂੰ ਉੱਚਾ ਕੀਤਾ। ਤੁਸੀਂ ਕੀ ਸੋਚਦੇ, ਜਦੋਂ ਫਿਰੌਨ ਫੌਜਾਂ ਨੂੰ ਲੈ ਕੇ ਆਇਆ ਮੂਸਾ, ਉਹਨਾਂ ਤੱਕ ਖਬਰ ਪਹੁੰਚੀ ਤੇ ਕੀ ਉਹਨਾਂ ਦੇ ਮਨ 'ਚ ਵੀ ਕੋਈ ਡਰ ਨਾ ਆਇਆ ਹੋਊਗਾ, ਜਾਂ ਉਹਨਾਂ ਨੂੰ ਭੈ ਨਾ ਲੱਗਾ ਹੋਊ ਕੋਈ ਵੀ ਹੁਣ ਕੀ ਹੋਵੇਗੀ, ਸਾਨੂੰ ਫਿਰ ਗੁਲਾਮੀ 'ਚ ਚਲੇ ਜਾਵਾਂਗੇ, ਜਾਂ ਆ ਕੇ ਸਾਨੂੰ ਤੰਗ ਕਰਨਗੇ, ਕੁੱਟਣਗੇ, ਮਾਰਨਗੇ ਫੌਜਾਂ। ਚੱਲਦੇ ਚੱਲਦੇ ਇੱਕ ਸਮਾਂ ਆਉਂਦਾ ਵਾ ਜਿਹੜਾ ਤੁਹਾਨੂੰ ਇੱਕ ਲੰਗੜਾ ਆਪਣਾ ਟੈਸਟ ਵਿਖਦੀ, ਸਟ੍ਰੈਸ ਸਮੇਂ ਦੇ ਵਿੱਚ ਵੀ। ਲੇਕਿਨ ਜੋ ਤੁਸੀਂ ਅੜੇ ਤੇ ਖੜੇ ਰਹਿੰਦੇ ਆ, ਤੁਸੀਂ ਉੱਚੇ ਕੀਤੇ ਜਾਂਦੇ ਆ, ਤੁਸੀਂ ਗਵਾਹੀ ਦੇ ਨਾਲ ਵਾਪਸ ਆਉਂਦੇ ਆ। ਔਰ ਮੈਂ ਖੁਦਾ ਦਾ ਦਾਸ ਨਾਲ ਡਿਕਲੇਅਰ ਕਰਦਾ, ਤੁਹਾਡਾ ਹਿੱਸਾ ਇਹੀ ਹੋਵੇਗਾ। ਆਮੀਨ। ਤੁਹਾਡਾ ਮੈਂ ਕਿਹਾ ਹਿੱਸਾ ਇਹੀ ਹੋਵੇਗਾ। ਆਮੀਨ। ਜੋ ਕੁਝ ਤੁਸੀਂ ਕਰੋਗੇ ਸਫਲ ਹੋਵੇਗਾ। ਆਮੀਨ। ਤੁਸੀਂ ਰੁੱਤ ਸਿਰ ਆਪਣਾ ਫਲ ਦਵੋਗੇ, ਤੁਹਾਡੇ ਪੱਤੇ ਕਦੇ ਵੀ ਨਾ ਕੁਮਲਾਉਣਗੇ। ਕੀ ਕਰਨਾ, ਦਿਨ ਰਾਤ ਉਹਦੀ ਵਿਵਸਥਾ ਦੇ ਵਿੱਚ ਮਗਨ ਰਹਿਣਾ ਹੈ। ਸ਼ੈਤਾਨ ਤੁਹਾਨੂੰ ਫਸਾਉਣਾ ਚਾਹੁੰਦਾ ਆ। ਜਦੋਂ ਤੁਸੀਂ ਬਦਲਾ ਲੈਣਾ, ਜਿਸ ਇਨਸਾਨ ਤੋਂ, ਜਿਸ ਭਾਈ ਤੋਂ, ਭੈਣ ਤੋਂ ਤੁਸੀਂ ਬਦਲਾ ਲੈਣਾ, ਕਹਿੰਦੇ ਯਾਦ ਰੱਖਿਓ ਉਹਨੂੰ ਵੀ ਪਰਮੇਸ਼ਵਰ ਨੇ ਬਣਾਇਆ ਵਾ। ਬਦਲਾ ਲੈਣਾ ਤੁਹਾਡਾ ਕੰਮ ਨਹੀਂ, ਤੁਸੀਂ ਲਵੋਗੇ, ਤੁਸੀਂ ਖੁਦ ਇੱਕ ਮੁਸੀਬਤ 'ਚ ਫਸੋਗੇ। ਜਦੋਂ ਪਰਮੇਸ਼ਵਰ ਲਵੇਗਾ, ਫਿਰ ਤੁਹਾਨੂੰ ਮਜ਼ਾ ਵੀ ਆਵੇਗਾ, ਉਹ ਤੁਹਾਨੂੰ ਦਿਖਾਵੇਗਾ ਕਿ ਬਦਲਾ ਕਿੱਦਾਂ ਲਿਆ ਜਾਂਦਾ ਹੈ। ਹਾਲੇਲੂਇਆ।